पग पंकज बंधन पग पंकज बंधन सिमरो अंगद दुख निकंदन अमरदास गुर हृदय त्यावो हृदय त्यावो श्री गुरु रामदास गुण गावो श्री अर्जन बिघ्नन के नासक बिघ्नन के नासक श्री हरगोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह बेसाला तरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों करे अनुराग एक ओंकारा सतगुरु तेह प्रसाद सच होए वाहे गुरु जी की फतेह बिघन विनाशन सोए। सतनाम श्री वाहिगुरु साहिब जी चौपाई। यांते तिसको करो प्रसन्न जिम सो कह लीजिए मन सुन कै सबने निश्चय धरियो इम ही भई ताहें कुछ करियो यांते तिसको करो प्रसन्न। सच्चे पातशाह गरीब नवाज दीन दुनिया दे मालक चबर छत्र तखत दे मालक समरथ गुरु परतख गुरु दीन दयाल कृपाल अंतरजामी पूर्ण पार ब्रह्म परमेश्वर वाहिगुरु अकाल पुरख स्वरूप सच्चे पातशाह सदा दया करन वाले रहमतां करन वाले बख्शिशां करन वाले कृपा करन वाले सदा ही दासां गरीबां सिखां सेवकां दी सरन पयां दी इज्जत रखण वाले मुकत भुगत जुगत दे दाते धन धन सच्चे पातशाह गरीब नवाज सतगुरु धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज। बड़े ही प्यार दे नाल समूह सिख संगत दोवें हाथ जोड़ के गज के कहो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज। सतगुरु जी ने कृपा की है आप जी सिख संगतां गुरु जी की हाजरी दे विच बैठ के प्यार दे नाल गुरबाणी जी दा रस भिन्ना कीर्तन गुरु सवारियां दे पासों सरवण कर रहे सीगे। लड़ीवार कथा आपां सारे
ਪੰਚਮ ਗੁਰਦੇਵ, ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਸ਼ਾਂਤੀ ਦੇ ਪੁੰਜ, ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹਾਂ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜੋ ਕਿ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸੁਭਾਏਮਾਨ ਹਨ। ਗੁਰੂ ਸਾਹਿਬ ਜੀ ਦਾ ਹੁਕਮ ਸੁਣ ਕੇ ਭਾਈ ਕਲਿਆਣਾ ਜੀ ਸਾਧ ਸੰਗਤ ਜੀ ਮੰਡੀ ਦੇ ਵਿੱਚ ਗਏ ਹਨ। ਮੰਡੀ ਦੇ ਰਾਜੇ ਨੂੰ ਗੁਰੂ ਘਰ ਦਾ ਸ਼ਰਧਾਲੂ ਬਣਾਉਣਾ ਹੈ ਤੇ ਉਹਦੇ ਕੋਲੋਂ ਫਿਰ ਸਰੋਵਰ ਵਾਸਤੇ ਕਾਰ ਭੇਟਾ ਲੈਣੀ ਹੈ ਜੀ। ਦਾਸ ਨੇ ਕੱਲ ਵੀ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ ਸੀ, ਸੰਗਤ ਜੀ ਮੰਡੀ ਦੇ ਰਾਜੇ ਦੇ ਕੋਲ ਜਾਣਾ ਇਹ ਕਿਉਂ ਹੈ? ਕਾਰ ਭੇਟਾ ਤੇ ਇੱਕ ਬਹਾਨਾ ਹੈ, ਅਸਲ ਵਿੱਚ ਮਹਾਰਾਜ ਨੇ ਇਹਦਾ ਭਲਾ ਕਰਨਾ ਹੈ ਜੀ। ਰਾਜੇ ਦਾ ਜੀ, ਰਾਜੇ ਦਾ ਵੀ ਭਲਾ ਕਰਨਾ ਹੈ, ਉੱਥੋਂ ਦੇ ਲੋਕਾਂ ਦਾ ਵੀ ਕਰਨਾ ਹੈ। ਭਾਈ ਕਲਿਆਣਾ ਜੀ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦਾ ਨਾਮ ਜਪਦੇ ਜਪਦੇ ਮੰਡੀ ਵਿੱਚ ਪਹੁੰਚੇ। ਵਧੀਆ ਥਾਂ ਤੇ ਪੜਾਅ ਕਰ ਲਿਆ। ਹੁਣ ਉਹ ਬੈਠੇ ਅਰਦਾਸਾਂ ਕਰਦੇ ਆ, ਸੱਚੇ ਪਾਤਸ਼ਾਹ ਕੋਈ ਢੋ ਐਸਾ ਟਿਕਾਓ ਜਿਹਦੇ ਨਾਲ ਮੈਂ ਰਾਜੇ ਨੂੰ ਮਿਲ ਸਕਾਂ, ਕੋਈ ਐਸੀ ਖੇਡ ਵਰਤਾਓ। ਕੁਝ ਦਿਨ ਰਹੇ, ਕੁਦਰਤੀ ਜਨਮ ਅਸ਼ਟਮੀ ਦਾ ਦਿਨ ਆਇਆ। ਰਾਜੇ ਨੇ ਹੁਕਮ ਕੀਤਾ, ਕਿਸੇ ਨੇ ਆਪਣੇ ਘਰ ਵਿੱਚ ਕੁਝ ਬਣਾਉਣਾ ਨਹੀਂ ਹੈ, ਵਰਤ ਰੱਖਣਾ। ਤੇ ਫਿਰ ਅੰਮ੍ਰਿਤ ਵੇਲੇ ਜਨਮ ਅਸ਼ਟਮੀ ਵਾਲੇ ਦਿਨ ਸਾਰਿਆਂ ਨੇ ਵਰਤ ਖੋਲ੍ਹਣਾ ਹੈ, ਠਾਕਰ ਦੇ ਦਰਸ਼ਨ ਕਰਨੇ ਹੈ ਤੇ ਮੁੱਖ 'ਚ ਚਰਨਾ ਅੰਮ੍ਰਿਤ ਪਾਉਣਾ ਹੈ। ਸਾਰੇ ਨਗਰ ਨੇ ਉਸੇ ਤਰ੍ਹਾਂ ਹੀ ਕੀਤਾ ਜੀ। ਫਿਰ ਤੁਸਾਂ ਨੇ ਸੁਣਿਆ ਵੀ ਭਾਈ ਕਲਿਆਣਾ ਜੀ ਨੇ ਨਹੀਂ ਕੀਤਾ ਜੀ। ਭਾਈ ਕਲਿਆਣਾ ਜੀ ਨੂੰ ਭਾਈ ਕਲਿਆਣਾ ਜੀ ਦੇ ਗਵਾਂਢੀ ਨੇ ਪੁੱਛਿਆ ਵੀ ਤੁਸੀਂ ਕਿਉਂ ਨਹੀਂ ਇਸ ਤਰ੍ਹਾਂ ਕੀਤਾ? ਕਹਿਣ ਲੱਗੇ ਮੇਰਾ ਗੁਰੂ ਸਾਲਗ੍ਰਾਮ ਨਹੀਂ ਹੈਗਾ, ਪੱਥਰ ਨਹੀਂ ਹੈਗਾ, ਮੇਰਾ ਗੁਰੂ ਤੇ ਜਿਉਂਦਾ ਜਾਗਦਾ ਤੇ ਬੋਲਣ ਵਾਲਾ ਹੈ। ਠਾਕੁਰ ਹਮਰਾ ਸਦ ਬੋਲੰਤਾ, ਮੇਰਾ ਠਾਕੁਰ ਬੋਲਣ ਵਾਲਾ। ਕਹਿਣ ਲੱਗੇ ਮੇਰੇ ਨਾਲ ਗੱਲਾਂ ਕਰਦਾ, ਮੈਨੂੰ ਦਰਸ਼ਨ ਦਿੰਦਾ, ਮੇਰੇ ਗੁਰੂ ਨੇ ਗੁਰੂ ਅਰਜਨ ਦੇਵ ਸਾਹਿਬ, ਮੈਂ ਪੱਥਰ ਨੂੰ ਨਹੀਂ ਮੰਨਦਾ। ਗੱਲ ਰਾਜੇ ਤੱਕ ਪਹੁੰਚ ਗਈ ਜੀ। ਰਾਜੇ ਨੇ ਭਾਈ ਸਾਹਿਬ ਨੂੰ ਸੱਦਿਆ। ਭਾਈ ਸਾਹਿਬ ਤਾਂ ਅੱਗੇ ਚਾਹੁੰਦੇ ਸਨ ਵੀ ਗੁਰੂ ਅਰਜਨ ਸਾਹਿਬ ਢੋ ਟਿਕਾਉਣ, ਮੈਂ ਰਾਜੇ ਨੂੰ ਮਿਲਾਂ। ਰਾਜਾ ਕਹਿਣ ਲੱਗਾ ਮਨ ਸਾਲਗ੍ਰਾਮ ਹੀ ਪਰਮੇਸ਼ਰ ਹੈ। ਭਾਈ ਕਲਿਆਣਾ ਜੀ ਕਹਿੰਦੇ ਨਹੀਂ, ਸਾਲਗ੍ਰਾਮ ਪਰਮੇਸ਼ਰ ਨਹੀਂ ਹੈ। ਮੇਰੇ ਗੁਰੂ ਨੇ ਮੈਨੂੰ ਦੱਸਿਆ ਕਿ ਸਾਲਗ੍ਰਾਮ ਨਹੀਂ, ਮੇਰੇ ਗੁਰੂ ਨੇ ਮੈਨੂੰ ਦੱਸਿਆ ਪਰਮੇਸ਼ਰ ਸਭਨਾ ਜੀਆਂ ਦੇ ਅੰਦਰ ਹੈ। ਪਰਮੇਸ਼ਰ ਘਟਾਂ ਘਟਾਂ ਵਿੱਚ ਵਸਦਾ ਹੈ। ਪਰਮੇਸ਼ਰ ਸਭਨਾ ਤੇ ਮਿਹਰ ਕਰਨ ਵਾਲਾ ਹੈ ਤੇ ਉਹ ਹੈ ਪਰਮੇਸ਼ਰ। ਰਾਜਾ ਕਹਿਣ ਲੱਗਾ ਤੇਰਾ ਗੁਰੂ ਕੌਣ ਹੈ? ਤੇ ਭਾਈ ਸਾਹਿਬ ਨੇ ਦੱਸਿਆ ਮੇਰੇ ਗੁਰੂ ਨੇ ਪੂਰਨ ਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਤੇ ਮੈਂ ਉਹਨਾਂ ਤੋਂ ਸਿਵਾ ਕਿਸੇ ਦੇ ਅੱਗੇ ਗੁਰੂ ਰੂਪ ਵਿੱਚ ਨਹੀਂ ਸਿਰ ਝੁਕਾਉਂਦਾ। ਰਾਜੇ ਨੂੰ ਗੁੱਸਾ ਚੜਿਆ। ਕਹਿਣ ਲੱਗਾ ਜੇ ਮੰਨਦਾ ਤੇ ਠੀਕ ਹੈ, ਨਹੀਂ ਤੇ ਕੱਲ ਸਵੇਰੇ ਨਿਰਣਾ ਕੀਤਾ ਜਾਏਗਾ। ਅਗਲੇ ਦਿਨ ਫਿਰ ਭਾਈ ਕਲਿਆਣਾ ਜੀ ਦੇ ਬਾਰੇ ਰਾਜੇ ਨੇ ਕਿਹਾ ਵੀ ਇਹਨਾਂ ਦੀ ਲੱਤ ਵੱਢ ਦਿਓ। ਜਦੋਂ ਚੰਡਾਲ ਆ ਗਏ, ਭਾਈ ਕਲਿਆਣਾ ਜੀ ਦੀ ਲੱਤ ਵੱਢਣ ਲੱਗੇ ਨਾ ਜੀ, ਤੇ ਭਾਈ ਕਲਿਆਣਾ ਜੀ ਨੇ ਦੋਵੇਂ ਹੱਥ ਜੋੜ ਕੇ ਗੁਰੂ ਜੀ ਨੂੰ ਚੇਤੇ ਕੀਤਾ ਜੀ। ਕੱਲ ਵੀ ਇੱਕ ਬੇਨਤੀ ਕੀਤੀ, ਉਹਨਾਂ ਦਾ ਕਨੈਕਸ਼ਨ ਬੜਾ ਜ਼ਬਰਦਸਤ ਸੀਗਾ ਜੀ। ਮਨ ਸਦਾ ਹੀ ਗੁਰੂ ਜੀ ਦੇ ਚਰਨਾਂ 'ਚ ਜੁੜਿਆ ਰਹਿੰਦਾ ਸੀਗਾ। ਤੇ ਚੇਤਾ ਰੱਖਿਓ, ਜਿਨ੍ਹਾਂ ਦਾ ਮਨ ਸਦਾ ਹੀ ਗੁਰੂ ਜੀ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਨਾ, ਉਹਨਾਂ ਦੀ ਅਰਦਾਸ ਤਤਕਾਲ ਹੀ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ। ਹਾਂਜੀ, ਅਰਦਾਸ ਪਹੁੰਚੇ ਤੇ ਸਹੀ ਮਹਾਰਾਜ ਦੇ ਚਰਨਾਂ 'ਚ ਜੀ। ਹਾਂਜੀ, ਅਰਦਾਸ ਤੇ ਪਹੁੰਚਦੀ ਨਹੀਂ ਚਰਨਾਂ ਵਿੱਚ, ਤੇ ਗੱਲ ਕਿਵੇਂ ਬਣੇਗੀ ਜੀ? ਭਾਈ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਆ। ਗੁਰੂ ਸਾਹਿਬ ਨੇ ਲੀਲਾ ਵਰਤਾਈ, ਰਾਜਾ ਬੇਹੋਸ਼ ਹੋ ਕੇ ਡਿੱਗ ਗਿਆ ਜੀ। ਬੜਾ ਰਾਜੇ ਨੂੰ ਉਠਾਉਣ ਦਾ ਯਤਨ ਕਰਦੇ, ਰਾਜਾ ਉੱਠ ਨਹੀਂ ਰਿਹਾ।
ਉਹ ਜਲਾਦਾਂ ਦਾ ਧਿਆਨ ਵੀ ਰਾਜੇ ਵੱਲ ਚਲੇ ਗਿਆ। ਕਿਸੇ ਨੇ ਭਾਈ ਸਾਹਿਬ ਵੱਲ ਧਿਆਨ ਨਹੀਂ ਦਿੱਤਾ ਵੀ ਲੱਤ ਵੱਢਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਕੀ ਸੀਗਾ ਜੀ? ਇਹ ਗੁਰੂ ਸਾਹਿਬ ਨੇ ਆਪਣੇ ਸਿੱਖ ਦੀ ਇੱਜ਼ਤ ਰੱਖੀ, ਪੈਜ ਰੱਖੀ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸੁਣਨੀ ਹੈ। ਮੰਤਰੀ ਇਕੱਠੇ ਹੋ ਕੇ ਕਹਿਣ ਲੱਗੇ, ਇਹ ਜੋ ਵੀ ਹੋਇਆ ਨਾ, ਇਹ ਭਾਈ ਕਲਿਆਣੇ ਕਰਕੇ ਹੋਇਆ, ਉਸ ਵਿਦੇਸ਼ੀ ਬੰਦੇ ਕਰਕੇ ਹੋਇਆ। ਜ਼ਰੂਰ ਉਹਦੇ ਵਿੱਚ ਕੋਈ ਕਰਾਮਾਤ ਹੈਗੀ ਹੈ। ਇਸ ਕਰਕੇ ਹੁਣ ਅੱਗੋਂ ਜੋ ਕਥਾ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜੋ, ਪਿਆਰ ਵਿੱਚ ਆਹੋ, ਕਹੋ ਸਾਰੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਧੰਨ ਜੀ ਧੰਨ ਸ੍ਰੀ ਮਹਾਰਾਜ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਧੰਨ ਸਾਹਿਬ ਧੰਨ ਜੀ ਸ੍ਰੀ ਗੁਰੂ ਮਹਾਰਾਜ। ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਧੰਨ ਸਾਹਿਬ ਜੀ ਧੰਨ ਸ੍ਰੀ ਗੁਰੂ ਮਹਾਰਾਜ। ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਜਾਂ ਤੇ ਤਿਸ ਕੋ ਕਰੋ ਪ੍ਰਸੰਨ। ਮੰਤਰੀ ਇਕੱਠੇ ਹੋ ਕੇ ਵਿਚਾਰ ਕਰਦੇ ਐ ਵੀ ਭਾਈ ਕਲਿਆਣਾ ਜੀ ਨੂੰ ਖੁਸ਼ ਕਰੋ ਕਿਸੇ ਤਰੀਕੇ ਨਾਲ। ਹਾਂਜੀ, ਜਿਮ ਸੋ ਕਹੈ ਲੀਜੀਐ ਮਨ। ਬਸ ਹੁਣ ਤਰਕ ਨਾ ਕਰੀਏ ਉਹਨਾਂ ਦੀਆਂ ਗੱਲਾਂ ਤੇ, ਜਿਵੇਂ ਉਹ ਕਵੇ ਉਵੇਂ ਹੀ ਆਪਾਂ ਸਾਰੇ ਮੰਨ ਲਈਏ। ਸੁਨ ਕੈ ਸਭ ਨੇ ਨਿਸ਼ਚੈ ਧਰਿਓ। ਸੁਣ ਕੇ ਸਾਰਿਆਂ ਨੂੰ ਗੱਲ ਸਹੀ ਲੱਗੀ ਜੀ। ਹਾਂਜੀ, ਇਮ ਹੀ ਭਈ ਤਾਹੇ ਕੁਛ ਕਰਿਓ। ਸਾਰੇ ਕਹਿਣ ਲੱਗੇ ਹਾਂ ਜ਼ਰੂਰ ਉਸ ਸਿੱਖ ਨੇ ਕੁਝ ਕੀਤਾ। ਉਹਦੀ ਲੱਤ ਵੱਢਣ ਲੱਗੇ ਸੀਗੇ ਤੇ ਉਦੋਂ ਰਾਜਾ ਬੇਹੋਸ਼ ਹੋ ਗਿਆ। ਜ਼ਰੂਰ ਉਸ ਸਿੱਖ ਨੇ ਕੁਝ ਨਾ ਕੁਝ ਕੀਤਾ। ਕਹਿਣ ਲੱਗੇ ਉਸ ਸਿੱਖ ਨੂੰ ਖੁਸ਼ ਕਰਨਾ ਚਾਹੀਦਾ। ਹਾਂਜੀ, ਤਬ ਮੰਤਰੀ ਜੋਰੇ ਜੁਗ ਪਾਨਾ। ਗਇਓ ਤੁਰੰਤ ਜਹ ਥਿਤ ਕਲਿਆਣਾ। ਤੇ ਸਾਧ ਸੰਗਤ ਜੀ, ਰਾਜੇ ਦੇ ਮੰਤਰੀ ਖੁਦ ਉਸ ਪਾਸੇ ਗਏ ਜਿਸ ਪਾਸੇ ਭਾਈ ਕਲਿਆਣਾ ਜੀ ਖਲੋਤੇ ਹੋਏ ਸਨ ਜੀ। ਤੇ ਮੰਤਰੀ ਨਾ ਜੀ ਭਾਈ ਕਲਿਆਣਾ ਜੀ ਦੇ ਅੱਗੇ ਹੱਥ ਜੋੜ ਕੇ ਭਾਈ ਕਲਿਆਣਾ ਜੀ ਨੂੰ ਬੇਨਤੀ ਕਰਨ ਲੱਗੇ ਜੀ। ਤੁਮ ਹੋ ਸੰਤ ਰੂਪ ਨਹਿ ਜਾਣੇ। ਕਹਿਣ ਲੱਗੇ ਸਾਡੇ ਕੋ ਭੁੱਲ ਹੋ ਗਈ, ਅਸੀਂ ਜਾਣ ਨਹੀਂ ਸਕੇ, ਤੁਸੀਂ ਤੇ ਸੰਤ ਚ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਅਸੀਂ ਜਾਣ ਨਹੀਂ ਸਕੇ, ਤੁਸੀਂ ਤੇ ਸੰਤ ਹੋ। ਹਾਂਜੀ, ਕਰੀ ਅਵਗਿਆ ਤੇ ਪਛਤਾਨੇ। ਅਸੀਂ ਅਵਗਿਆ ਕੀਤੀ ਤੁਹਾਡੀ, ਜਿਹਦੇ ਕਰਕੇ ਹੁਣ ਸਾਨੂੰ ਪਛਤਾਉਣਾ ਪੈ ਰਿਹਾ ਹੈ, ਸਾਨੂੰ ਦੁੱਖ ਮਿਲ ਰਿਹਾ ਹੈ, ਸਾਡਾ ਰਾਜਾ ਨਹੀਂ ਸਹੀ ਹੋ ਰਿਹਾ। ਅਬ ਬਖਸ਼ੋ ਹੋ ਕਰ ਸ਼ਿਮਾ ਕਨੇਰੀ। ਪਰ ਹੁਣ ਰਾਜੇ ਦੀ ਭੁੱਲ ਬਖਸ਼ ਦਿਓ। ਹਾਂਜੀ, ਮਹਿਮਾ ਤੁਮਰੀ ਲਖੀ ਬਡੇਰੀ। ਅਸੀਂ ਤੁਹਾਡੀ ਮਹਿਮਾ ਜਾਣਦੀ ਹੈ, ਤੁਸੀਂ ਬੜੇ ਵੱਡੇ ਤੇ ਪੂਰਨ ਸੰਤ ਚ ਕਹਿਣ ਲੱਗੇ। ਸੰਗਤ ਜੀ ਪਹਿਲਾਂ ਨਹੀਂ ਕੋਈ ਮੰਨਦਾ। ਗੱਜ ਕੇ ਆਖੋ ਵਾਹਿਗੁਰੂ। ਉਹ ਫਿਰ ਜਦੋਂ ਸੰਤ ਵਿਖਾਉਣ ਕੁਝ ਨਾ ਕੁਝ ਫੇਰ ਹੀ ਮੰਨਦੇ ਵੀ ਇਹ ਸੰਤ ਹੈਗੇ ਆ ਜੀ। ਤੇ ਭਾਈ ਕਲਿਆਣਾ ਜੀ ਨੇ ਤੇ ਬੇਨਤੀ ਕੀਤੀ ਜੀ ਗੁਰੂ ਸਾਹਿਬ ਦੇ ਚਰਨਾਂ 'ਚ। ਹਾਂਜੀ, ਕਿਰਪਾ ਕਰੋ ਨਿਰਪ ਨਿਕਟ ਸਿਧਾਰੋ। ਤੇ ਉਹ ਮੰਤਰੀ ਹੱਥ ਜੋੜ ਕੇ ਭਾਈ ਕਲਿਆਣਾ ਜੀ ਨੂੰ ਕਹਿਣ ਲੱਗੇ, ਕਹਿੰਦੇ ਹੁਣ ਕਿਰਪਾ ਕਰੋ ਤੇ ਰਾਜੇ ਦੇ ਕੋਲ ਜਾਓ। ਹਾਂਜੀ, ਬੇਹਬਲ ਹੋਵਤ ਮਰਤ ਜੀਵਾਵਰੋ। ਉਹ ਬੇਬਲ ਹੋਏ, ਬੇਹੋਸ਼ ਹੋ ਗਏ ਆ ਤੇ ਸਾਡੇ ਲਈ ਤੇ ਇੰਝ ਹੈ ਜਿਵੇਂ ਪ੍ਰਾਣ ਹੀ ਨਿਕਲ ਚੱਲੇ ਆ। ਰਾਜੇ ਨੂੰ ਮਰਦੇ ਹੋਏ ਨੂੰ ਜਿੰਦਾ ਤੁਸੀਂ ਕਰ ਸਕਦੇ ਜੇ। ਵੇਖ ਲਓ ਗੁਰੂ ਸਾਹਿਬ ਆਪਣੇ ਸਿੱਖਾਂ ਦੀ ਕਿਵੇਂ ਵਡਿਆਈ ਕਰਾ ਦਿੰਦੇ ਜੀ। ਨਾਹੇ ਤਾਂ ਮ੍ਰਿਤਕ ਨਿਰਪਤ ਹੋਏ ਜਾਈ। ਨਹੀਂ ਤੇ ਵੈਦ ਤੇ ਆਪਣਾ ਅੰਦਾਜ਼ਾ ਲਾ ਕੇ ਹਟ ਗਏ ਆ, ਨਹੀਂ ਤੇ ਫਿਰ ਸਾਡਾ ਰਾਜਾ ਜਿਹੜਾ ਇਹ ਮਰ ਜਾਏਗਾ। ਹਾਂਜੀ, ਉਠੋ ਆਪ ਰੱਛੋ ਸੁਖਦਾਈ। ਉੱਠੋ ਉੱਠੋ
ਤੇ ਆਪ ਰੱਖਿਆ ਕਰੋ, ਸਾਡੇ ਰਾਜੇ ਨੂੰ ਰਾਜੀ ਕਰ ਦਿਓ ਕਿਸੇ ਤਰੀਕੇ ਨਾਲ। ਹਾਂਜੀ, ਏਮ ਕਹਿ ਨਿਰਪ ਕੇ ਢਿਗ ਲੈ ਗਏ। ਇਹ ਕਹਿ ਕੇ ਤੇ ਫਿਰ ਭਾਈ ਕਲਿਆਣਾ ਜੀ ਨੂੰ ਰਾਜੇ ਦੇ ਨੇੜੇ ਲੈ ਗਏ। ਭਾਈ ਕਲਿਆਣਾ ਜੀ ਤੁਰ ਪਏ। ਪਰਿਓ ਬੀਚ ਮਿਲ ਨਰ ਗਨ ਭਏ। ਭਾਈ ਕਲਿਆਣਾ ਜੀ ਤੁਰ ਪਏ, ਕਿਉਂ ਅੱਗੇ ਉਹ ਤੇ ਅੱਗੇ ਹੀ ਚਾਹੁੰਦੇ ਸਨ ਵੀ ਮਹਾਰਾਜ ਕੋਈ ਢੋਹ ਟਕਾਉਣ ਜੀ। ਹੁਣ ਭਾਈ ਕਲਿਆਣਾ ਜੀ ਨੂੰ ਭਰੋਸਾ ਕਿ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਰਾਜੇ ਨੂੰ ਰਾਜੀ ਵੀ ਕਰ ਦੇਣਗੇ ਜੀ। ਤੇ ਇਸ ਕਰਕੇ ਪਰਿਓ ਬੀਚ ਮਿਲ ਨਰ ਗਨ ਭਏ। ਸਾਰੇ ਮਨੁੱਖ ਇਕੱਠੇ ਸਨ। ਵਿੱਚ ਘਰ ਜਾ ਕੇ ਰਾਜੇ ਦੇ ਸਰੀਰ ਦੇ ਕੋਲ ਭਾਈ ਕਲਿਆਣਾ ਜੀ ਖਲੋ ਗਏ ਜੀ। ਹਾਂਜੀ, ਅਵਲੋਕਤ ਕਲਿਆਣ ਬਖਾਨਾ। ਭਾਈ ਕਲਿਆਣਾ ਜੀ ਵੇਖ ਕੇ ਨਾ ਸਾਰਿਆਂ ਨੂੰ ਉੱਚੀ ਸੁਣਾ ਕੇ ਕਹਿਣ ਲੱਗੇ ਪੀੜ ਦੇ ਵਿੱਚ, ਸ਼੍ਰੀ ਅਰਜਨ ਸਤਿਗੁਰੂ ਮਹਾਨਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੇਖ ਲੋ, ਸਿੱਖ ਕਦੀ ਆਪਣੀ ਵਡਿਆਈ ਨਹੀਂ ਕਰਦਾ, ਸਦਾ ਆਪਣੇ ਸਤਿਗੁਰੂ ਜੀ ਦੀ ਵਡਿਆਈ ਕਰਦਾ ਜੀ। ਸਾਰਿਆਂ ਦੇ ਵਿੱਚ ਕਹਿਣ ਲੱਗੇ ਭਾਈ ਮੈਂ ਕੁਝ ਵੀ ਨਹੀਂ ਹੈਗਾ, ਜੋ ਵੀ ਨੇ ਮੇਰੇ ਗੁਰੂ ਜੀ ਨੇ। ਕਹਿਣ ਲੱਗੇ ਤੇ ਗੁਰੂ ਕੌਣ ਨੇ? ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਤਿਨ ਕੀ ਸਿੱਖੀ ਧਾਰਨ ਕਰੀਐ। ਜੇ ਤੁਸੀਂ ਸਾਰੇ ਗੁਰੂ ਸਾਹਿਬ ਜੀ ਦੀ ਸਿੱਖੀ ਧਾਰਨ ਕਰ ਲਵੋ, ਹਾਂਜੀ, ਗੁਰ ਸ਼ਰਧਾ ਕੋ ਉਰਮਹਿ ਧਰੀਐ ਹੈ। ਤੇ ਮੇਰੇ ਗੁਰੂ ਸਾਹਿਬ ਜੀ ਦੇ ਪਰਥਾਏ ਆਪਣੇ ਮਨ ਵਿੱਚ ਸ਼ਰਧਾ ਰੱਖੋ, ਭਰੋਸਾ ਰੱਖੋ, ਪ੍ਰੇਮ ਰੱਖੋ, ਕਾਰਨ ਕਰਨ ਤ੍ਰਿਲੋਕੀ ਨਾਥ। ਤੇ ਫਿਰ ਗੱਲ ਬਣਨੀ ਜੇ। ਕਿਉਂ? ਮੇਰੇ ਗੁਰੂ ਜੀ ਹੀ ਕਾਰਨ ਕਰਨ ਹਨ। ਵੇਖ ਲੋ ਕਿੰਨੀ ਸ਼ਰਧਾ ਜੀ। ਮੇਰੇ ਗੁਰੂ ਜੀ ਸਭ ਕੁਝ ਕਰਾਉਣ ਵਾਲੇ ਨੇ। ਮੇਰੇ ਗੁਰੂ ਜੀ ਤਿੰਨਾਂ ਲੋਕਾਂ ਦੇ ਮਾਲਕ ਹਨ। ਇੰਨੀ ਸ਼ਰਧਾ ਚਾਹੀਦੀ। ਆਪਾਂ ਜਿੰਨੇ ਬੈਠੇ ਇੱਕ ਵਾਰੀ ਆਪਣੇ ਮਨ ਵਿੱਚ ਵਿਚਾਰ ਕਰਿਓ, ਆਪਣੇ ਚੋਂ ਕੋਈ ਇਹ ਨਹੀਂ ਅੱਜ ਤੱਕ ਕਿਸੇ ਨੇ ਕਿਹਾ ਹੋਣਾ ਵੀ ਸਾਡਾ ਗੁਰੂ ਤਿੰਨਾਂ ਲੋਕਾਂ ਦਾ ਮਾਲਕ ਹੈਗਾ ਜੀ। ਹਾਂਜੀ, ਕਦੀ ਵਡਿਆਈ ਕਰਨ ਦਾ ਭਾਵ ਹੀ ਨਹੀਂ ਪੈਦਾ ਹੋਇਆ। ਕੋਈ ਥੋੜਾ ਜਿਹਾ ਆ ਕੇ ਸੁਣਾਵੇ ਸਹੀ ਬਾਹਰ ਦਾ ਬੰਦਾ ਆਪਣੇ ਧਰਮ ਬਾਰੇ, ਤੇ ਆਪਾਂ ਉਹਦੀਆਂ ਗੱਲਾਂ ਸੁਣੀ ਜਾਂਦੇ ਆ। ਆਪਣੇ ਗੁਰੂ ਦੀ ਵੀ ਵਡਿਆਈ ਕਰਿਆ ਕਰੋ ਭਾਈ ਪਿਆਰਿਓ। ਸਾਡੇ ਗੁਰੂ ਜੀ ਤਿੰਨਾਂ ਲੋਕਾਂ ਦੇ ਮਾਲਕ ਹਨ। ਸਾਡੇ ਗੁਰੂ ਜੀ ਤੋਂ ਵੱਡਾ ਕੋਈ ਨਹੀਂ ਹੈਗਾ। ਗੁਰਪੂਰਾ ਮੇਰਾ ਗੁਰਪੂਰਾ, ਗੁਰਪੂਰਾ ਮੇਰਾ ਗੁਰਪੂਰਾ। ਭਾਈ ਕਲਿਆਣਾ ਜੀ ਨੇ ਖਲੋ ਕੇ ਕਿਹਾ, ਕਹਿਣ ਲੱਗੇ ਕਰਨ ਕਰਾਉਣ ਵਾਲੇ ਮੇਰੇ ਗੁਰੂ ਜੀ ਨੇ ਤੇ ਤਿੰਨਾਂ ਲੋਕਾਂ ਦੇ ਮਾਲਕ ਹਨ। ਤਿੰਨ ਢਿਗ ਚਲਹੁ ਧਰੋ ਪਗ ਮਾਥ। ਤੇ ਤੁਸੀਂ ਸਾਰੇ ਚੱਲੋ ਤੇ ਮੇਰੇ ਗੁਰੂ ਜੀ ਦੇ ਚਰਨਾਂ 'ਚ ਜਾ ਕੇ ਆਪਣਾ ਮੱਥਾ ਰੱਖ ਦਿਓ। ਆਪਾਂ ਵੀ ਰੱਖੀਏ। ਧੰਨ ਗੁਰੂ ਅਰਜਨ ਸਾਹਿਬ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਸਭ ਇਕੱਤਰ ਹੋਏ ਲੇਹੋ ਸਤਨਾਮ। ਤੇ ਸਾਰੇ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਦੇ ਮੁਖੋਂ ਉਪਦੇਸ਼ ਲਓ ਵਾਹਿਗੁਰੂ ਜੀ ਦੇ ਨਾਮ ਦਾ। ਹਾਂਜੀ, ਤਿਸ ਦੇਸ਼ ਕੋ ਕੀਜੈ ਪ੍ਰਣਾਮ। ਕਹਿਣ ਲੱਗੇ ਹੁਣ ਚਲੋ ਧਿਆਨ ਦਿਓ ਸਾਰੇ। ਜਿਸ ਦਿਸ਼ਾ ਵਿੱਚ ਮੇਰੇ ਗੁਰੂ ਜੀ ਬੈਠੇ ਨੇ ਉਹ ਇਹ ਦਿਸ਼ਾ ਹੈ। ਹੁਣੇ ਹੀ ਆਪਣੇ ਮਨ ਵਿੱਚ ਸ਼ਰਧਾ ਧਾਰ ਕੇ ਉਸ ਦਿਸ਼ਾ ਨੂੰ ਹੀ ਮੱਥਾ ਟੇਕ ਦਿਓ। ਹਾਂਜੀ, ਧੰਨ ਸੋ ਦੇਸ ਜਹਾਂ ਤੂੰ ਵਸਿਆ। ਜਹਾਂ ਤੂੰ ਵਸਿਆ। ਫਿਰ ਇੱਕ ਵਾਰੀ ਕਰ ਦਿਓ ਨਮਸਕਾਰ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਫਿਰ ਪੜੋ ਤਿਸ ਦਿਸ਼ਾ। ਤਿਸ ਦਿਸ਼ ਕੋ ਕੀਜੈ ਪ੍ਰਣਾਮ। ਕਹਿਣ ਲੱਗੇ ਉਸ ਦਿਸ਼ਾ ਨੂੰ ਵੇਖ ਕੇ ਮੱਥਾ ਟੇਕੋ ਜਿਸ ਦਿਸ਼ਾ ਵਿੱਚ ਮੇਰੇ ਗੁਰੂ ਜੀ ਬੈਠੇ ਹੋਏ ਹਨ। ਦਰਸ਼ਨ ਕਰਹਿ ਤੁਮਾਰੋ ਆਏ। ਤੇ ਆਖੋ ਬੇਨਤੀ ਕਰੋ ਮਹਾਰਾਜ ਅਸੀਂ ਸਾਰੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਵਾਂਗੇ।
ਖਲੋ ਕੇ ਬੇਨਤੀ ਕਰੋ, ਨਾਲੇ ਮੱਥਾ ਟੇਕੋ ਉਧਰ। ਅਬ ਨਿਰਪ ਕੋ ਦਿਓ ਕੁਸ਼ਲ ਬਿਠਾਏ। ਤੇ ਹੁਣ ਇਹ ਅਰਦਾਸ ਕਰੋ ਸਾਰੇ ਰਲ ਕੇ, ਹੇ ਗੁਰੂ ਅਰਜਨ ਦੇਵ ਮਹਾਰਾਜ, ਅਸੀਂ ਸਾਰੇ ਆਵਾਂਗੇ ਤੁਹਾਡੇ ਦਰਸ਼ਨ ਕਰਨ, ਤੁਸੀਂ ਕਿਰਪਾ ਕਰਕੇ ਸਾਡੇ ਰਾਜੇ ਨੂੰ ਰਾਜੀ ਕਰ ਦਿਓ। ਹਾਂਜੀ, ਇਮ ਭਾਈ ਕਲਿਆਣ ਸਿਖਾਏ। ਇਹ ਸਾਰਿਆਂ ਨੂੰ ਗੱਲ ਭਾਈ ਕਲਿਆਣਾ ਜੀ ਨੇ ਸਿਖਾ ਦਿੱਤੀ ਜੀ। ਹਾਥ ਜੋਰ ਸਭ ਬਿਨੈ ਅਲਾਏ। ਤੇ ਫਿਰ ਕੀ ਸੀਗਾ ਜੀ, ਜਿਸ ਦਿਸ਼ਾ ਵਿੱਚ ਮਾਲਕ ਸਤਿਗੁਰੂ, ਗੁਰੂਆਂ ਦੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਬੈਠੇ ਹਨ, ਭਾਵ ਅੰਮ੍ਰਿਤਸਰ ਨੂੰ ਜੀ, ਅੰਮ੍ਰਿਤਸਰ ਦੀ ਦਿਸ਼ਾ ਵੱਲ ਮੁੱਖ ਕਰਕੇ ਸਾਰੇ ਖਲੋ ਕੇ ਹੱਥ ਜੋੜ ਕੇ ਮੱਥਾ ਟੇਕ ਕੇ ਕਹਿੰਦੇ, ਮਹਾਰਾਜ ਤੁਹਾਡੇ ਦਰਸ਼ਨ ਕਰਨ ਆਵਾਂਗੇ, ਰਾਜੇ ਨੂੰ ਰਾਜੀ ਕਰ ਦਿਓ। ਹਾਂਜੀ, ਸ਼੍ਰੀ ਅਰਜਨ ਕੋ ਲੇਕਰ ਨਾਮ। ਮਹਾਰਾਜ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ। ਆਖੋ ਸਾਰੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਥ ਜੋਰ ਸਭ ਕੀਨ ਪ੍ਰਣਾਮ। ਤੇ ਸਾਰਿਆਂ ਨੇ ਹੱਥ ਜੋੜ ਕੇ ਮੱਥਾ ਟੇਕਿਆ। ਪਰਸੇ ਚਰਨ ਸਿੱਖ ਕਲਿਆਣਾ। ਤੇ ਨਾਲੇ ਕੀ ਕੀਤਾ ਜੀ, ਭਾਈ ਕਲਿਆਣਾ ਜੀ ਨੂੰ ਵੀ ਮੱਥਾ ਟੇਕਿਆ ਜੀ। ਤੁਮ ਭੀ ਬੇਨਤੀ ਕਰੋ ਬਖਾਨਾ। ਕਹਿੰਦੇ ਭਾਈ ਕਲਿਆਣਾ ਜੀ, ਅਸੀਂ ਤੇ ਬੇਨਤੀ ਕਰ ਦਿੱਤੀ, ਹੁਣ ਤੁਸੀਂ ਵੀ ਬੇਨਤੀ ਕਰ ਦਿਓ, ਤੁਸੀਂ ਵੀ ਮਹਾਰਾਜ ਦੇ ਚਰਨਾਂ 'ਚ ਤਰਲਾ ਲੈ ਦਿਓ। ਲੇਕਰ ਜਲ ਕਰ ਚਰਨ ਪਖਾਰੇ। ਹਾਂਜੀ, ਖਰਿਓ ਭਇਓ ਅਰਦਾਸ ਉਚਾਰੇ। ਵਾਹ ਜੀ ਵਾਹ, ਵੇਖੋ ਤਰੀਕਾ ਵੇਖ ਲਓ ਜੀ। ਭਾਈ ਸਾਹਿਬ ਨੇ ਹੱਥ ਵੀ ਧੋਤੇ ਤੇ ਪੈਰ ਵੀ ਧੋਤੇ ਜੀ। ਹਾਂਜੀ, ਜਿਹੜੇ ਕਹਿੰਦੇ ਅੰਦਰ ਆਉਣਾ ਪੈਰ ਧੋਣ ਦੀ ਕੀ ਲੋੜ ਹੈਗੀ ਜੀ, ਆ ਸੁਣ ਲਓ। ਅੱਜ ਕੱਲ ਠੰਡ ਹੈਗੀ ਹੈ ਤੇ ਪਾਣੀ 'ਚ ਪੈਰ ਪਾਉਣ ਨੂੰ ਜੀ ਨਹੀਂ ਕਰਦਾ ਕਿਸੇ ਦਾ ਜੀ, ਪਰ ਸਿੱਖਾਂ ਕੋਲੋਂ ਵੇਖੀ ਸੁਣੀਦਾ ਨਾ ਜੀ, ਮਰਿਆਦਾ ਕੀ ਹੈਗੀ, ਅਰਦਾਸ ਬੇਨਤੀ। ਫਿਰ ਪੜੋ ਪੰਕਤੀਆਂ। ਲੇਕਰ ਜਲ ਕਰ ਚਰਨ ਪਖਾਰੇ। ਤੇ ਹੱਥ ਧੋ, ਵਾਹਿਗੁਰੂ ਪਾਣੀ ਲੈ ਕੇ ਹੱਥ ਪੈਰ ਧੋਤੇ ਜੀ ਆਪਣੇ ਜੀ ਪਹਿਲਾਂ ਜੀ। ਖਰੋ ਭਇਓ ਅਰਦਾਸ ਉਚਾਰੇ। ਅੰਮ੍ਰਿਤਸਰ ਵੱਲ ਮੁੱਖ ਕਰਕੇ ਭਾਈ ਕਲਿਆਣਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਚਰਨਾਂ ਦਾ ਧਿਆਨ ਧਾਰ ਕੇ ਅਰਦਾਸ ਕੀਤੀ ਜੀ। ਸ਼੍ਰੀ ਗੁਰ ਨਿਰਪ ਕੀ ਰੱਛਾ ਧਾਰੋ। ਹੇ ਸੱਚੇ ਪਾਤਸ਼ਾਹ, ਗਰੀਬ ਨਵਾਜ, ਮਹਾਰਾਜ ਆਪ ਰਾਜੇ ਦੀ ਰੱਖਿਆ ਕਰੋ। ਹਾਂਜੀ, ਦੁੱਖ ਤੇ ਆਪਣੋ ਜਾਨ ਉਧਾਰੋ। ਇਹਨੂੰ ਆਪਣਾ ਜਾਣੋ ਮਹਾਰਾਜ, ਰਾਜੇ ਨੂੰ ਆਪਣਾ ਜਾਣ ਕੇ ਤੇ ਰਾਜੇ ਦਾ ਦੁੱਖ ਦੂਰ ਕਰ ਦਿਓ ਸੱਚੇ ਪਾਤਸ਼ਾਹ। ਅਬ ਹੋਇਓ ਇਹ ਸ਼ਰਨ ਤਿਹਾਰੀ। ਇਹ ਗਰੀਬ ਨਵਾਜ, ਅੱਜ ਤੋਂ ਰਾਜਾ ਆਪ ਜੀ ਦਾ ਸਿੱਖ ਹੈ ਮਹਾਰਾਜ, ਰਾਜਾ ਆਪ ਜੀ ਦੀ ਸ਼ਰਨ ਵਿੱਚ ਹੈ। ਸ਼ਿਮਹੋ ਅਵਗਿਆ ਕਰੁਣਾ ਧਾਰੀ। ਇਹਦੀ ਭੁੱਲ ਨੂੰ ਮਾਫ ਕਰ ਦਿਓ ਮਹਾਰਾਜ। ਹਾਂਜੀ, ਕਰ ਅਰਦਾਸ ਨਿਵਾਇਓ ਸੀਸ। ਤੇ ਭਾਈ ਸਾਹਿਬ ਨੇ ਅਰਦਾਸ ਕਰਕੇ ਨਾ, ਵੇਖ ਲਓ ਗੁਰੂ ਸਾਹਿਬ ਸਾਹਮਣੇ ਨਹੀਂ ਹੈਗੇ, ਗੁਰੂ ਸਾਹਿਬ ਜਿਸ ਦਿਸ਼ਾ ਵਿੱਚ ਰਹਿੰਦੇ ਦਿਸ਼ਾ ਵੱਲ ਵੇਖ ਕੇ ਅਰਦਾਸ ਕੀਤੀ ਜੀ। ਕਿੰਨੀ ਸਮਰੱਥਾ ਹੈਗੀ ਹੈ ਜੀ, ਕਿੰਨੀ ਤਾਕਤ ਹੈਗੀ ਹੈ ਜੀ। ਇੱਥੇ ਬੰਦਾ ਸਾਹਮਣੇ ਖਲੋਤਾ, ਗੁਰੂ ਦੇ ਕੰਟੈਕਟ ਨਹੀਂ ਜੁੜਿਆ ਜੀ, ਭਜਨ ਬੰਦਗੀ ਨਹੀਂ ਹੈਗੀ ਜੀ, ਸਾਹਮਣੇ ਖਲੋਤੇ ਦੀ ਅਰਦਾਸ ਵੀ ਗੁਰੂ ਦੀ ਦੇ ਚਰਨਾਂ 'ਚ ਨਹੀਂ ਪਹੁੰਚਦੀ ਜੀ। ਉਹ ਕਿੰਨੀ ਦੂਰ ਬੈਠੇ ਜੀ, ਮਹਾਰਾਜ ਕਿੱਥੇ ਹੈ, ਦੂਰੋਂ ਹੀ ਅਰਦਾਸ ਕਰੀ ਜਾਂਦੇ ਜੀ। ਹਾਂਜੀ, ਕੁਛ ਚੇਤਨਤਾ ਭਈ ਮਹੀਸ਼। ਲਓ ਹੁਣ ਧਿਆਨ ਨਾਲ ਸੁਣਿਓ ਜੀ, ਗੱਜ ਕੇ ਆਖੋ ਵਾਹਿਗੁਰੂ। ਪਿਛਲੀ ਪੰਕਤੀ ਪੜ੍ਹਿਓ। ਕਰ ਅਰਦਾਸ ਨਿਵਾਇਓ ਸੀਸ। ਅਰਦਾਸ ਕੀਤੀ, ਮਹਾਰਾਜ ਰਾਜੇ ਨੂੰ ਬਖਸ਼ ਲਓ, ਇਹਨੂੰ ਰਾਜੀ ਕਰ ਦਿਓ। ਅਰਦਾਸ ਕਰਕੇ ਸਿਰ ਨਵਾਇਆ, ਤੇ ਸਿਰ ਜਦੋਂ ਤਾਂ ਚੁੱਕਿਆ, ਕੁਛ ਚੇਤਨਤਾ ਭਈ ਮਹੀਸ਼। ਸਿਰ ਉੱਪਰ ਜਦੋਂ ਚੁੱਕਿਆ ਰਾਜੇ ਨੂੰ ਹੋਸ਼ ਆ ਗਈ ਦੀ। ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਕਿੰਨਾ ਕੁ ਟਾਈਮ ਲੱਗਾ ਜੀ ਕਿਤੇ ਜੀ, ਤਤਕਾਲ ਹੀ ਅਰਦਾਸ ਸੁਣੀ ਗਈ ਜੀ। ਕਿਉਂ? ਸਿੱਖ ਗੁਰੂ ਜੀ ਦੇ ਨਾਲ ਓਤ ਪੋਤ ਨੇ, ਓਤ ਪੋਤ ਨੇ। ਸਿੱਖਾਂ ਦੇ ਅੰਦਰ ਗੁਰੂ ਨੇ ਤੇ ਗੁਰੂ ਦੇ ਅੰਦਰ ਸਿੱਖ ਨੇ ਜੀ। ਕਿੰਨੀ ਛੇਤੀ ਅਰਦਾਸ ਸੁਣੀ ਗਈ ਜੀ, ਤੇ ਸੁਣੀ ਵੀ ਗਈ ਤੇ ਮੰਨੀ ਵੀ ਗਈ ਜੀ। ਹਾਂਜੀ,
ਪਹਿਲੀ ਗੱਲ ਸੁਣੀ ਨਹੀਂ ਜਾਂਦੀ ਜੀ ਸਾਡੀ ਜੀ, ਤੇ ਜੇ ਸੁਣੀ ਜਾਵੇ ਤੇ ਮੰਨੀ ਦਾ ਨਹੀਂ ਪਤਾ ਜੀ। ਉਸੇ ਵੇਲੇ ਹੀ ਰਾਜੇ ਨੂੰ ਹੋਸ਼ ਆ ਗਈ ਜੀ। ਹਾਂਜੀ, ਖੁੱਲੇ ਬਿਲੋਚਨ ਗਹਿ ਬੈਠਾਰਿਓ, ਰਾਜੇ ਦੀਆਂ ਅੱਖਾਂ ਖੁੱਲ ਗਈਆਂ ਜੀ। ਹਾਂਜੀ, ਤੇ ਰਾਜੇ ਨੂੰ ਬਿਠਾਇਆ ਜੀ ਚੌਂਕੜੀ ਮਰਵਾ ਕੇ। ਚਲਹੋ ਸਦਨ ਲੈ ਬਾਕ ਉਚਾਰਿਓ, ਤੇ ਸਾਰੇ ਕਹਿੰਦੇ ਵੀ ਹੁਣ ਰਾਜੇ ਨੂੰ ਮਹਿਲਾਂ ਦੇ ਵਿੱਚ ਲੈ ਕੇ ਚੱਲੀਏ। ਹਾਂਜੀ, ਨਰ ਪਰਦੇਸੀ ਆਦਰ ਕਰੋ, ਤੇ ਰਾਜੇ ਨੂੰ ਕਹਿਣ ਲੱਗੇ, ਰਾਜਾ ਜੀ ਇਸ ਪਰਦੇਸੀ ਸਿੱਖ ਦਾ ਆਦਰ ਕਰੋ। ਕਹਿਣ ਲੱਗੇ, ਵੇਲਾ ਰਾਜਾ ਦਬਕੇ ਮਾਰਦਾ ਸੀਗਾ ਪਹਿਲਾਂ। ਹਾਂਜੀ, ਅਸਨ ਬਸਨ ਤਿਸ ਆਗੇ ਧਰੋ, ਇਹਦੇ ਅੱਗੇ ਮਾਇਆ ਰੱਖੋ, ਬਸਤਰ ਰੱਖੋ, ਭੋਜਨ ਰੱਖੋ, ਇਸ ਸਿੱਖ ਦਾ ਆਦਰ ਕਰੋ। ਸੁਨ ਮੰਤਰੀ ਜੁਤ ਘਰ ਲੈ ਗਏ, ਹਾਂਜੀ, ਸਨੇ ਸਨੇ ਉਪਚਾਰਨ ਕਏ। ਤੇ ਸਾਧ ਸੰਗਤ ਜੀ, ਰਾਜਾ ਵੀ ਕਹਿੰਦਾ ਵੀ ਹਾਂ ਮੈਂ ਸਿੱਖ ਦਾ ਸਤਿਕਾਰ ਕਰਨਾ ਹੈ। ਮੰਤਰੀ ਰਾਜੇ ਨੂੰ ਮਹਿਲਾਂ ਵਿੱਚ ਲੈ ਗਏ ਜੀ, ਹੌਲੀ ਹੌਲੀ ਉਹਦਾ ਇਲਾਜ ਕੀਤਾ ਜੀ। ਹਾਂਜੀ, ਚਿਰੰਕਾਲ ਕੋ ਰੋਗੀ ਜਥਾ, ਇਸ ਤਰੀਕੇ ਨਾਲ ਰਾਜੇ ਦੀ ਹਾਲਾਤ ਹੋ ਗਈ ਸੀ ਜਿਵੇਂ ਬੜੇ ਚਿਰ ਦਾ ਰੋਗੀ ਹੋਵੇ ਜੀ। ਗੱਜ ਕੇ ਆਖੋ ਵਾਹਿਗੁਰੂ। ਚੇਤਾ ਰੱਖਿਓ, ਜਿਹੜੇ ਰੱਬ ਦੇ ਪਿਆਰਿਆਂ ਨਾਲ ਬੁਰਾ ਕਰਦੇ ਆ ਨਾ ਸਾਧ ਸੰਗਤ ਜੀ, ਉਹਨਾਂ ਦੀ ਹਾਲਾਤ ਇਸ ਤਰ੍ਹਾਂ ਦੀ ਹੋ ਜਾਂਦੀ ਤੇ ਜਿਵੇਂ ਬੜੇ ਚਿਰ ਦੇ ਰੋਗੀ ਹੁੰਦੇ ਨੇ ਜੀ। ਰੋਗ ਆ ਕੇ ਚੰਬੜ ਜਾਂਦੇ ਜੀ ਉਹਨਾਂ ਨੂੰ ਜੀ। ਜਿਹੜੇ ਉਹਨਾਂ ਦਾ ਭਲਾ ਕਰਦੇ ਆ, ਉਹਨਾਂ ਨਾਲ ਪ੍ਰੇਮ ਕਰਦੇ ਆ, ਉਹਨਾਂ ਦੇ ਰੋਗ ਦੂਰ ਹੋਈ ਜਾਂਦੇ ਜੀ। ਰਾਜੇ ਦੀ ਇਸ ਤਰ੍ਹਾਂ ਦੀ ਹਾਲਾਤ ਹੋ ਗਈ ਜਿਵੇਂ ਬੜੇ ਚਿਰ ਦਾ ਰੋਗੀ ਹੋਵੇ ਜੀ। ਖਾਨ ਪਾਨ ਦੀਨਸ ਨਿਰਪ ਤਥਾ, ਹਾਂਜੀ, ਕੇਤਿਕ ਦਿਨ ਮੈਂ ਕੁਸ਼ਲ ਸਮੇਤ। ਤੇ ਕੁਝ ਦਿਨਾਂ ਵਿੱਚ ਛਕ ਛਕਾ ਕੇ, ਪਦਾਰਥ ਛਕ ਛਕਾ ਕੇ, ਦਵਾਈ ਦਵਾ ਦਾਰੂ ਕਰਕੇ ਰਾਜਾ ਠੀਕ ਹੋ ਗਿਆ ਜੀ। ਹੋਤ ਭਇਓ ਮਹੀਪਾਲ ਸੁਚੇਤ, ਆਦਰ ਤਬ ਕਲਿਆਣ ਬੁਲਾਇਓ, ਬਿਨੈ ਭਾਨੀ ਬਹੁ ਉਰ ਹਰ ਖਾਇਓ। ਤੇ ਬੜੇ ਆਦਰ ਦੇ ਨਾਲ, ਸਹਿਤ ਸਤਕਾਰ ਦੇ ਭਾਈ ਕਲਿਆਣਾ ਜੀ ਨੂੰ ਸੱਦਿਆ ਜੀ। ਤੇ ਸੱਦ ਕੇ ਰਾਜਾ ਬੜੀ ਖੁਸ਼ੀ ਦੇ ਨਾਲ ਬੇਨਤੀ ਕਰਦਾ ਜੀ। ਸੁਣਿਓ ਜਰਾ। ਅਬ ਕਿਸ ਥਾਨ ਸਤਿਗੁਰੂ ਰਹੈ। ਕਹਿਣ ਲੱਗੇ, ਭਾਈ ਸਿੱਖਾ ਪਹਿਲਾਂ ਇਹ ਦੱਸ, ਤੇਰੇ ਸਤਿਗੁਰੂ ਜੀ ਕਿਸ ਜਗ੍ਹਾ ਰਹਿੰਦੇ ਨੇ? ਸਤਿਗੁਰੂ ਜੀ ਕਿਸ ਜਗ੍ਹਾ ਰਹਿੰਦੇ ਨੇ? ਹੁਣ ਤਿਨ ਕੇ ਦਰਸ ਕਰਨ ਚਿਤ ਚਾਹੈ, ਤਿਨ ਕੇ ਦਰਸ ਕਰਨ ਚਿਤ ਚਾਹੈ, ਉਹਨਾਂ ਦੇ ਦਰਸ਼ਨ ਕਰਨ ਨੂੰ ਮੇਰਾ ਮਨ ਕਰਦਾ ਹੈ। ਮੇਰਾ ਜੀ ਕਰਦਾ ਮੈਂ ਗੁਰੂ ਜੀ ਦੇ ਦਰਸ਼ਨ ਕਰਾਂ। ਅੱਛਾ, ਇਹ ਵੀ ਗੱਲ ਸੁਣ ਲਓ ਧਿਆਨ ਨਾਲ। ਜੇ ਕਿਤੇ ਕਿਸੇ ਦਾ ਮਨ ਕਰੇ, ਦਰਵਾਜ਼ਾ ਖੋਲ ਦਿਓ, ਜੇ ਕਿਸੇ ਦਾ ਮਨ ਕਰੇ ਵੀ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਜਾਣਾ, ਤੇ ਸਮਝਿਓ ਵੀ ਉਹਦੀ ਕਿਸਮਤ ਚੰਗੀ ਹੋਣੀ ਸ਼ੁਰੂ ਹੋ ਗਈ ਹੈ। ਰਾਜਾ ਕਹਿਣ ਲੱਗਾ, ਜੀ ਮੇਰਾ ਮਨ ਕਰਦਾ ਮੈਂ ਗੁਰੂ ਜੀ ਦੇ ਦਰਸ਼ਨ ਕਰਾਂ। ਹਾਂਜੀ, ਲੇਕਰ ਹਮਕੋ ਆਪਣੇ ਸਾਥ, ਲੇਕਰ ਹਮਕੋ ਆਪਣੇ ਸਾਥ, ਕਿਰਪਾ ਕਰੋ ਸਾਨੂੰ ਆਪਣੇ ਨਾਲ ਲੈ ਕੇ ਜਾਓ। ਕਰਹੋ ਮਿਲਾਵਨ ਸ਼੍ਰੀ ਗੁਰਨਾਥ, ਤੇ ਗੁਰੂ ਜੀ ਦੇ ਨਾਲ ਮੈਨੂੰ ਮਿਲਾਵੋ। ਕੀ ਕਹਿ ਰਿਹਾ ਰਾਜਾ? ਮੇਰਾ ਮਿਲਾਪ ਗੁਰੂ ਜੀ ਦੇ ਨਾਲ ਕਰਾ। ਸੁਨ ਭਾਈ ਕਲਿਆਣ ਬਖਾਨਾ, ਤੇ ਫਿਰ ਸੁਣ ਭਾਈ ਕਲਿਆਣ ਬਖਾਨਾ। ਭਾਈ ਕਲਿਆਣਾ ਜੀ ਦੱਸਦੇ ਆ ਜੀ। ਹਾਂਜੀ, ਮਦਰ ਦੇਸ ਗੁਰ ਕੋ ਚੱਕ ਥਾਨਾ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਪੰਜਾਬ ਦੇ ਵਿੱਚ ਗੁਰੂ ਕਾ ਚੱਕ ਨਗਰ ਹੈ, ਉਹਦੇ ਵਿੱਚ ਰਹਿੰਦੇ ਮਹਾਰਾਜ। ਹਾਂਜੀ, ਸ਼੍ਰੀ ਗੁਰ ਅਮਰਦਾਸ ਢਿਗ ਐਕੈ, ਅਕਬਰ ਸ਼ਾਹ ਦਿਓ ਹਿਤ ਕਹਿ ਕੈ। ਗੁਰੂ ਅਮਰਦਾਸ ਸਾਹਿਬ ਤੀਸਰੇ ਪਾਤਸ਼ਾਹ ਹੋਏ ਨੇ। ਉਹਨਾਂ ਦੇ ਕੋਲ ਅਕਬਰ ਆਇਆ ਤੇ ਅਕਬਰ ਨੇ ਜ਼ਮੀਨ ਦਿੱਤੀ ਸੀਗੀ। ਅਕਬਰ ਨੇ ਦਿੱਤੀ ਸੀਗੀ, ਪਰ ਬਹੁਤੀ ਰਵਾਇਤ ਇਹ ਹੈ 1,70,000 ਰੁਪਈਆ ਦੇ ਕੇ ਸਤਿਗੁਰੂ ਜੀ ਨੇ ਖਰੀਦੀ ਸੀਗੀ ਜੀ।
ਚੌਹਾਂ ਦਿਸ਼ ਕੇ ਨਰ ਪੂਜਹਿ ਜਾਏ। ਹੁਣ ਚਾਰੇ ਪਾਸਿਓਂ ਦੇ ਲੋਕ ਆ ਕੇ ਮੱਧਰ ਪੰਜਾਬ ਦੇ ਵਿੱਚ ਗੁਰੂ ਕੇ ਚੱਕ ਨਗਰ ਵਿੱਚ ਮੇਰੇ ਗੁਰੂ ਜੀ ਦੀ ਲੋਕ ਪੂਜਾ ਕਰਦੇ ਹਨ। ਸਰਬ ਕਾਮਨਾ ਗੁਰ ਤੇ ਪਾਏ। ਤੇ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਭ ਕੁਝ ਹੀ ਮਿਲਦਾ। ਗੱਜ ਕੇ ਆਖੋ ਵਾਹਿਗੁਰੂ। ਜੋ ਮੰਗੋ ਉਹ ਗੁਰੂ ਸਾਹਿਬ ਦੇ ਕੋਲੋਂ ਮਿਲਦਾ ਤੇ ਲੋਕ ਆ ਕੇ ਪ੍ਰਾਪਤ ਕਰਦੇ ਹਨ। ਭੁਗਤ ਮੁਕਤ ਕੇ ਦਾਤਾ ਗੁਰੂ। ਗੁਰੂ ਸਾਹਿਬ ਮੇਰੇ ਸਤਿਗੁਰੂ ਭੁਗਤੀ ਦੇ ਦਾਤੇ ਵੀ ਨੇ ਤੇ ਮੁਕਤੀ ਦੇ ਦਾਤੇ ਵੀ ਨੇ ਜੀ। ਭੁਗਤ ਮੁਕਤ ਸਭ ਗੁਰੂ ਲਗ। ਹਾਂਜੀ, ਧਰਹਿ ਭਾਵਨਾ ਕਾਰਜ ਪੁਰੂ। ਇਸ ਕਰਕੇ ਜਿਹੜਾ ਉਹਨਾਂ ਦੇ ਉੱਤੇ ਰੱਖਦਾ ਨਾ ਭਾਵਨਾ ਉਹਨੂੰ ਸਭ ਕੁਝ ਮਿਲਦਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਕੋਈ ਰਸਨਾ ਬਾਂਝੀ ਨਾ ਰਹੇ। ਹੱਥ ਜੋੜੋ ਪਿਆਰ ਨਾਲ ਕਹੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਤਲਬ ਭਾਵਨਾ ਰੱਖਣੀ ਹੈ। ਭਾਈ ਕਲਿਆਣਾ ਜੀ ਕਿੰਨਾ ਜਸ ਸੁਣਾ ਰਹੇ ਜੀ। ਕਦੀ ਕਿਸੇ ਨੇ ਕਿਹਾ ਵਾ ਕਿਸੇ ਦੁਖੀ ਨੂੰ ਚੱਲ ਭਾਈ ਸਾਡੇ ਗੁਰੂ ਕੋਲ ਚੱਲ, ਸਾਡੇ ਗੁਰੂ ਜੀ ਦੇ ਚਰਨਾਂ 'ਚ ਸਭ ਕੁਝ ਹੈਗਾ। ਹਾਂਜੀ, ਵੱਡੇ ਭਾਗ ਜਾਗੇ ਅਬ ਤੇਰੇ। ਤੇ ਹੁਣ ਕਹਿੰਦੇ ਜੀ ਭਾਈ ਕਲਿਆਣਾ ਜੀ ਰਾਜੇ ਨੂੰ, ਕਹਿੰਦੇ ਰਾਜਾ ਜੀ ਤੁਹਾਡੇ ਭਾਗ ਜਾਗ ਗਏ ਅਸਲ ਵਿੱਚ। ਹਾਂਜੀ, ਜਿਸ ਤੇ ਚਾਹਤ ਦਰਸ ਗੁਰ ਹੇਰੇ। ਜਿਹਦੇ ਕਰਕੇ ਤੁਹਾਡੇ ਮਨ ਵਿੱਚ ਇਹ ਕਾਮਨਾ ਆਈ ਹੈ ਵੀ ਮੈਂ ਗੁਰਾਂ ਦੇ ਦਰਸ਼ਨ ਕਰਨੇ ਨੇ। ਤੁਹਾਡੇ ਭਾਗ ਜਾਗ ਗਏ ਨੇ। ਦੋਨੋਂ ਲੋਕਨ ਕੇ ਸੁਖ ਪਾਵੋ। ਦੋਵਾਂ ਲੋਕਾਂ ਦੇ ਸੁੱਖ ਹੁਣ ਤੁਹਾਨੂੰ ਮਿਲ ਜਾਣੇ ਨੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਭਾਵਨਾ ਬਣਾਓ। ਜਿਸ ਗੁਰੂ ਜੀ ਦੇ ਸ਼ਰਨ 'ਚ ਬੈਠੇ ਜੇ ਇੱਥੇ ਬਹਿ ਕੇ ਦੁੱਖ ਨਹੀਂ ਦੂਰ ਹੋਣੇ ਤੇ ਕਿੱਥੇ ਹੋਣੇ ਨੇ। ਭਾਵਨਾ ਬਣਾਓ ਅੰਦਰ ਦੀ। ਭਾਈ ਕਲਿਆਣਾ ਜੀ ਦੇ ਇੱਕ ਇੱਕ ਬਚਨ ਵਿੱਚ ਤਾਕਤ ਹੈ। ਕਹਿੰਦੇ ਰਾਜਾ ਜੀ ਹੁਣ ਤੁਹਾਡਾ ਦੋਵਾਂ ਲੋਕਾਂ 'ਚ ਭਲਾ ਹੋਏਗਾ। ਤੁਹਾਨੂੰ ਇੱਥੇ ਵੀ ਸੁੱਖ ਮਿਲੇਗਾ, ਦਰਗਾਹ ਵਿੱਚ ਵੀ ਸੁੱਖ ਮਿਲੇਗਾ। ਚਲੋ ਬਨਹੁ ਸਿੱਖ ਸੀਸ ਨਿਵਾਵੋ। ਚਲੋ ਸਿੱਖ ਬਣ ਕੇ ਉਹਨਾਂ ਦੇ ਅੱਗੇ ਸਿਰ ਝੁਕਾਇਓ ਜਾ ਕੇ। ਇਮ ਸੁਨ ਮਹੀ ਪਾਲਕ ਵੱਡ ਭਾਗਾ। ਇਹ ਸੁਣ ਕੇ ਰਾਜਾ ਵੱਡੇ ਭਾਗਾਂ ਵਾਲਾ ਹੋ ਗਿਆ ਜੀ। ਗੁਰ ਬਿਲੋਕਨ ਕੋ ਅਨੁਰਾਗਾ। ਤੇ ਗੁਰ ਬਿਲੋਕਨ ਕੋ ਅਨੁਰਾਗਾ। ਰਾਜੇ ਦੇ ਮਨ ਵਿੱਚ ਪਿਆਰ ਹੋਇਆ ਮੈਂ ਗੁਰੂ ਜੀ ਦੇ ਦਰਸ਼ਨ ਕਰਾਂ, ਦਰਸ਼ਨ ਕਰਾਂ, ਛੇਤੀ ਕਰਾਂ। ਕਿਉਂ? ਸੁਣ ਜੂ ਲਿਆ ਜੀ ਭਾਈ ਕਲਿਆਣਾ ਜੀ ਦੇ ਮੁਖੋਂ। ਤੇ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ। ਸਹਿਤ ਸੈਨ ਕੇ ਹੋਇਓ ਤਿਆਰ। ਤੇ ਫਿਰ ਕੀ ਸੀ? ਰਾਜਾ ਆਪ ਵੀ ਚੱਲਾ, ਆਪਣੀ ਸੈਨਾ ਨੂੰ ਵੀ ਤਿਆਰ ਕੀਤਾ ਜੀ। ਮੰਡੀ ਦਾ ਰਾਜਾ ਫੌਜਾਂ ਨੂੰ ਵੀ ਤਿਆਰ ਕੀਤਾ। ਤੁਸੀਂ ਵੀ ਚੱਲੋ ਸਾਰੇ ਭਾਈ। ਚਲਤ ਭਇਓ ਮਗ ਮਹਿ ਪਗ ਡਾਰ। ਤੇ ਰਸਤੇ ਦੇ ਵਿੱਚ ਪਹਿਲਾਂ ਹੀ ਕਈ ਸੈਨਾ ਪਹਿਲਾਂ ਤੋਰਤੀ, ਕੁਝ ਪਿੱਛੇ ਤੋਰ ਦਿੱਤੀ ਜੀ। ਹਾਂਜੀ, ਸਨੈ ਸਨੈ ਸੰਗ ਲੈ ਕਲਿਆਣਾ। ਸਨੈ ਸਨੈ ਸੰਗ ਲੈ ਕਲਿਆਣਾ। ਹੌਲੀ ਹੌਲੀ ਭਾਈ ਕਲਿਆਣਾ ਜੀ ਸਾਰਿਆਂ ਨੂੰ ਨਾਲ ਲੈ ਕੇ ਤੁਰੀ ਆ ਰਹੇ ਜੀ। ਹਾਂਜੀ, ਆਵਤ ਭੇ ਸ਼੍ਰੀ ਸਤਿਗੁਰ ਥਾਨਾ। ਤੇ ਕਿਸ ਪਾਸੇ ਆ ਰਹੇ ਹੈ? ਜਿਸ ਪਾਸੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਬੈਠੇ ਹੋਏ ਹਨ। ਵਹਿਰਪੁਰੀ ਤੇ ਕੀਨਸ ਡੇਰਾ। ਤੇ ਕਰਦਿਆਂ ਕਰਦਿਆਂ ਰਾਜਾ ਫੌਜਾਂ ਦੇ ਨਾਲ ਆਇਆ, ਮੰਡੀ ਦੇ ਲੋਕਾਂ ਨਾਲ ਆਇਆ, ਆਪਣੀਆਂ ਰਾਣੀਆਂ ਨੂੰ ਵੀ ਲੈ ਕੇ ਆਇਆ ਜੀ। ਅੰਮ੍ਰਿਤਸਰ ਦੇ ਬਾਹਰ ਰੁਕ ਗਏ ਜੀ ਸਾਰੇ। ਗਜ ਬਾਜੀ ਨਰ ਬ੍ਰਿੰਦ ਬਡੇਰਾ। ਬੜੇ ਹਾਥੀ ਸਨ ਜੀ। ਗੱਜ ਬਾਜੀ ਨਾਮ ਘੋੜੇ ਦਾ ਜੀ। ਘੋੜੇ ਵੀ ਬੜੇ ਸਨ ਜੀ ਨਾਲ। ਹਾਥੀ ਘੋੜੇ ਫੌਜਾਂ ਨੇ ਬੜੀਆਂ ਨਾਲ ਜੀ। ਆਸ਼ੀ ਵਸਤੂ ਹੇਤ ਉਪਾਇਨ। ਤੇ ਰਾਜਾ ਖਾਲੀ ਹੱਥ ਨਹੀਂ ਆਇਆ ਜੀ। ਗੱਜ ਕੇ ਆਖੋ ਵਾਹਿਗੁਰੂ।
ਰਾਜਾ ਬੜੀਆਂ ਬੜੀਆਂ ਵਧੀਆ ਵਸਤੂਆਂ ਲੈ ਕੇ ਆਇਆ ਮਹਾਰਾਜ ਵਾਸਤੇ, ਜਿਹੜੀਆਂ ਉਸ ਦੇਸ਼ ਦੀਆਂ ਖਾਸ ਸਨ ਮੰਡੀ ਦੀਆਂ, ਉਹ ਲੈ ਕੇ ਆਇਆ ਜੀ। ਅਰਪਨ ਕੋ ਸਤਿਗੁਰ ਕੇ ਪਾਇਨ, ਮਨ ਚ ਭਾਵਨਾ ਮੈਂ ਜਦੋਂ ਮਹਾਰਾਜ ਦੇ ਦਰਸ਼ਨ ਕਰਾਂਗਾ, ਮਹਾਰਾਜ ਦੇ ਚਰਨਾਂ ਚ ਰੱਖਣਾ ਸਾਰਾ ਕੁਝ। ਹਾਂਜੀ। ਦਾਸੀ ਦਾਸ ਸੰਗ ਰਣਵਾਸ, ਦਾਸੀਆਂ ਨੇ, ਦਾਸ ਨੇ, ਨੌਕਰ ਚਾਕਰ ਨੇ ਨਾਲ। ਰਣਵਾਸ, ਰਣਵਾਸ ਕਹਿੰਦੇ ਸਾਰੀਆਂ ਰਾਣੀਆਂ ਨੂੰ ਜੀ, ਜਿੰਨੀਆਂ ਉਹਦੀਆਂ ਰਾਣੀਆਂ ਸਨ ਨਾ, ਸਾਰੀਆਂ ਹੀ ਨਾਲ ਲੈ ਕੇ ਆਇਆ ਵੀ ਚਲੋ ਤੁਸੀਂ ਵੀ ਦਰਸ਼ਨ ਕਰੋ ਮਹਾਰਾਜ ਜੀ ਦੇ। ਸਭ ਸਮੇਤ ਉਤਰਿਓ ਪੁਰ ਪਾਸ, ਸਾਰਿਆਂ ਦੇ ਸਮੇਤ, ਹਾਥੀ ਘੋੜੇ ਫੌਜਾਂ ਰਾਣੀਆਂ ਲੋਕ ਪ੍ਰਜਾ, ਸਾਰਿਆਂ ਦੇ ਸਮੇਤ ਅੰਮ੍ਰਿਤਸਰ ਦੇ ਬਾਹਰ ਆ ਗਿਆ ਜੀ। ਉਹ ਇਮ ਨੀਕੇ ਡੇਰਾ ਕਰਵਾਏ, ਭਾਈ ਕਲਿਆਣਾ ਜੀ ਨੇ ਇੱਕ ਥਾਂ ਆਸਣ ਲਵਾਇਆ ਜੀ ਸਾਰਿਆਂ ਦਾ। ਮਧੁਰ ਬਾਕ ਤੇ ਨ੍ਰਿਪਤ ਟਿਕਾਏ, ਤੇ ਰਾਜੇ ਨੂੰ ਮਿੱਠੇ ਬੋਲ ਬੋਲੇ, ਰਾਜਾ ਜੀ ਤੁਸੀਂ ਇੱਥੇ ਰਹੋ, ਮੈਂ ਮਹਾਰਾਜ ਨੂੰ ਦੱਸ ਕੇ ਆਉਣਾ। ਪੁਰ ਮੈਂ ਗਮਨਿਓ ਤਬ ਕਲਿਆਣਾ, ਤੇ ਪੁਰ ਮਹਿ ਗਮਨਿਓ ਤਬ ਕਲਿਆਣਾ। ਆਪ ਭਾਈ ਕਲਿਆਣਾ ਜੀ ਬੜੇ ਨਿਮਰਤਾ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਰਹੇ ਤੁਰ ਕੇ ਜੀ। ਸ਼੍ਰੀ ਅਰਜਨ ਬੈਠੇ ਜਿਸ ਥਾਨਾ, ਕਿਸ ਪਾਸੇ ਆਏ ਐ? ਜਿਸ ਪਾਸੇ ਆਪ ਪ੍ਰਤੱਖ ਹਰ ਰੱਬ ਸਰੀਰ ਧਾਰਨ ਕਰਕੇ ਬੈਠੇ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਜੀ। ਹਾਂਜੀ। ਦੋਨੋਂ ਹੱਥ ਜੋੜ ਪਗ ਭਰਿਓ, ਤੇ ਬੜੇ ਦਿਨਾਂ ਬਾਅਦ ਅੱਜ ਮਹਾਰਾਜ ਦੇ ਦਰਸ਼ਨ ਕੀਤੇ ਜੀ। ਹਾਂਜੀ। ਆਉਂਦਿਆਂ ਚੰਗੀ ਤਰ੍ਹਾਂ ਦੋਵੇਂ ਹੱਥ ਜੋੜੇ ਜੀ। ਤੁਸਾਂ ਵੀ ਜੋੜੋ ਸਾਰੇ, ਹੈਂ, ਚੰਗੀ ਤਰ੍ਹਾਂ ਹੱਥ ਜੋੜੋ ਤੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕੋ ਜੀ। ਰਾਜੇ ਨੇ, ਵਾਹਿਗੁਰੂ ਭਾਈ ਕਲਿਆਣਾ ਜੀ ਨੇ ਚੰਗੀ ਤਰ੍ਹਾਂ ਹੱਥ ਜੋੜੇ, ਮਹਾਰਾਜ ਨੂੰ ਮੱਥਾ ਟੇਕਿਆ ਜੀ। ਦਰਸ਼ਨ ਕਰਿਓ ਮੋਦ ਉਰ ਭਰਿਓ, ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕੀਤੇ। ਮਹਾਰਾਜ ਜੀ ਦੇ ਚਿਹਰੇ 'ਤੇ ਨੂਰ, ਸਾਧ ਸੰਗਤ ਜੀ ਐ ਪਖ ਰਿਹਾ ਜੀ, ਬੜਾ ਫੱਬ ਰਿਹਾ ਮਹਾਰਾਜ ਦਾ ਰੂਪ। ਭਾਈ ਕਲਿਆਣਾ ਜੀ ਆਪਣੇ ਗੁਰੂ ਜੀ ਦੇ ਦਰਸ਼ਨ ਕਰਕੇ ਆਨੰਦ ਵਿੱਚ ਹੀ ਹੋ ਗਏ ਜੀ, ਖੁਸ਼ੀ ਵਿੱਚ ਭਰ ਗਏ ਜੀ। ਸ਼੍ਰੀ ਗੁਰ ਕਹਿਓ ਆਓ ਕਲਿਆਣਾ, ਅੱਗੋਂ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ, ਗੁਰੂ ਅਰਜਨ ਸਾਹਿਬ ਗੱਜ ਕੇ ਆਖੋ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿਣ ਲੱਗੇ ਆਓ ਭਾਈ ਕਲਿਆਣਾ ਜੀ, ਆਓ ਕਹਿਣ ਲੱਗੇ। ਕਰਿਓ ਕਿ ਨਾਹੇ ਉਪਕਾਰ ਮਹਾਨਾ। ਵੇਖੋ ਕਿੱਡੀ ਮਹਾਰਾਜ ਦੀ ਦਿਆਲਤਾ ਤੇ ਕਿਵੇਂ ਲੁਕ ਕੇ ਰਹਿੰਦੇ। ਕਰਨ ਕਰਾਉਣ ਵਾਲੇ ਆਪ ਨੇ, ਰਾਜੇ ਨੂੰ ਬੇਹੋਸ਼ ਵੀ ਕੀਤਾ ਤੇ ਰਾਜੀ ਵੀ ਕੀਤਾ ਜੀ। ਦੋਵਾਂ ਵਾਰੀ ਭਾਈ ਕਲਿਆਣਾ ਜੀ ਦੀ ਬੇਨਤੀ ਸੀਗੀ ਜੀ, ਭਾਈ ਕਲਿਆਣੇ ਦੀ ਬੇਨਤੀ ਮੰਨੀ ਜੀ। ਫਿਰ ਵੀ ਮਹਾਰਾਜ ਕਹਿੰਦੇ ਕਾਰਜ ਕਰ ਆਏ ਕਹਿਣ ਲੱਗੇ, ਪਰ ਉਪਕਾਰ ਕਰਨ ਗਏ ਸੀ, ਕਰ ਆਏ ਹੋ। ਹਾਂਜੀ। ਕਰ ਜੋਰੈ ਤਿਨ ਸਕਲ ਸੁਨਾਈ। ਭਾਈ ਸਾਹਿਬ ਨੇ ਫਿਰ ਹੱਥ ਜੋੜ ਲਏ ਜੀ, ਹੱਥ ਜੋੜ ਕੇ ਸਾਰੀ ਵਾਰਤਾ ਦੱਸੀ ਸੱਚੇ ਪਾਤਸ਼ਾਹ ਜੀ ਨੂੰ। ਮਹਾਰਾਜ ਲਿਆਇਓ ਨਰ ਰਾਈ। ਫਿਰ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਦੇ ਨਾਲ ਰਾਜੇ ਨੂੰ ਨਾਲ ਹੀ ਲੈ ਕੇ ਆਇਆ ਵਾ, ਰਾਜਾ ਨਾਲ ਹੀ ਆਇਆ ਵਾ। ਆਪ ਸਹਾਇਕ ਹੋਏ ਜਬੈ। ਇਹ ਕਾਰਜ ਹੋਇਆ ਉਦੋਂ ਜਦੋਂ ਮਹਾਰਾਜ ਤੁਸੀਂ ਮੇਰੀ ਸਹਾਇਤਾ ਕੀਤੀ ਹੈ। ਉਤਕੰਠਤ ਹਵੈ ਆਇਓ ਤਬੈ। ਸੱਚੇ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਰਾਜਾ ਤੇ ਉਠਕੰਤ ਹੋਇਆ, ਬੜੇ ਚਾਉ ਦੇ ਨਾਲ ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਹੋਇਆ ਕਿਵੇਂ? ਤੁਹਾਡੀ ਕਿਰਪਾ ਨਾਲ। ਗੁਰੂ ਜੀ ਦੀ ਕਿਰਪਾ ਤੋਂ ਬਗੈਰ ਖਾਲਸਾ ਜੀ ਕੁਝ ਵੀ ਨਹੀਂ ਹੋ ਸਕਦਾ। ਹਾਂਜੀ। ਬਨਹਿ ਸਿੱਖ ਰਾਵਰ ਕੋ ਇਹੀ। ਹੁਣ ਮਹਾਰਾਜ ਆਪ ਜੀ ਦਾ ਸਿੱਖ ਬਣਨ ਵਾਸਤੇ ਆਇਆ। ਹਾਂਜੀ। ਸਰ ਕੀ ਕਾਰ ਸੰਭਾਰ ਸੋ ਲੇਹੀ। ਸੱਚੇ ਪਾਤਸ਼ਾਹ ਇਹਦੇ ਕੋ ਇੰਨੀ ਜ਼ਿਆਦਾ ਮਾਇਆ ਹੈ, ਇਹਨੇ ਇਕੱਲੇ ਨਹੀਂ ਸੇਵਾ ਕਰ ਦੇਣੀ ਸਰੋਵਰ ਦੀ ਜੀ।
ਪਰ ਇੱਥੇ ਮੈਂ ਦਾਸ ਇਹ ਮੰਨਦਾ ਭਾਈ ਕਲਿਆਣਾ ਜੀ, ਕਿਉਂਕਿ ਗਏ ਇਸੇ ਕਾਰਜ ਵਾਸਤੇ ਹੈ, ਸਰੋਵਰ ਦੇ ਕਾਰਜ ਵਾਸਤੇ, ਰਾਜੇ ਦੀ ਮਾਇਆ। ਇਹ ਤੇ ਇੱਕ ਬਹਾਨਾ ਹੈ, ਅਸਲ ਵਿੱਚ ਮਹਾਰਾਜ ਨੇ ਉਹਨਾਂ ਦਾ ਭਲਾ ਕਰਨਾ ਹੈ ਜੀ। ਹਾਂਜੀ। ਕਿਰਪਾ ਕਟਾਸ਼ ਆਪ ਕੋ ਪਾਏ, ਲਖਮੀ ਦਾਸ ਕਰਤ ਸਤ ਭਾਏ। ਤੇ ਕਿਰਪਾ ਕਟਾਖ ਆਪ ਕੋ ਪਾਏ, ਮਹਾਰਾਜ ਆਪ ਜੀ ਦੀ ਮਿਹਰ ਦ੍ਰਿਸ਼ਟੀ ਪਾ ਕੇ ਹੁਣ ਮਹਾਰਾਜ ਚੰਗੀ ਤਰ੍ਹਾਂ ਹੀ ਤੁਹਾਡਾ ਸਿੱਖ ਬਣ ਗਿਆ। ਮਹਾਰਾਜ ਲక్ష్ਮੀ ਤੇ ਪਹਿਲਾਂ ਹੀ ਤੁਹਾਡੀ ਮਾਇਆ, ਵਾਹਿਗੁਰੂ ਲక్ష్ਮੀ ਤੇ ਪਹਿਲਾਂ ਹੀ ਤੁਹਾਡੀ ਦਾਸੀ ਹੈ। ਹਾਂਜੀ। ਅਰਪਨ ਕੋ ਇੱਕ ਕਰੋ ਬਹਾਨਾ, ਇਹ ਤੇ ਮਹਾਰਾਜ ਲక్ష్ਮੀ ਲੈਣ ਦਾ ਤੁਸਾਂ ਬਹਾਨਾ ਰਚਿਆ, ਕਾਰ ਭੇਟਾ ਲੈਣ ਦਾ ਬਹਾਨਾ ਰਚਿਆ। ਹਾਂਜੀ। ਸਰਹਿਤ ਚਾਹੋ ਦਰਬ ਮਹਾਨਾ, ਹਾਂਜੀ। ਤੀਨੋਂ ਲੋਕਨ ਕੇ ਤੁਮ ਦਾਨੀ। ਸੱਚੇ ਪਾਤਸ਼ਾਹ, ਇਹ ਤਿੰਨਾਂ ਲੋਕਾਂ ਨੂੰ ਤੇ ਮਾਇਆ ਦੇਣ ਵਾਲੇ ਤੁਸੀਂ ਹੋ। ਦੇਖ ਲੋ ਸ਼ਰਧਾ। ਤੇ ਮਹਾਰਾਜ ਤੁਸੀਂ ਰਾਜੇ ਕੋ ਲੈਣੀ ਹੈ, ਇਹ ਤੇ ਤੁਹਾਡਾ ਬਹਾਨਾ ਹੈਗਾ। ਹਾਂਜੀ। ਸਾਰ ਸਮਾਰੋਹ ਚਾਰੋ ਖਾਨੀ, ਚਾਰੋਂ ਖਾਣੀਆਂ ਦੀ ਸਾਰ ਸੰਭਾਲ ਤੁਸੀਂ ਕਰਦੇ। ਚਾਰ ਖਾਣੀਆਂ ਕਿਹੜੀਆਂ ਕਿਹੜੀਆਂ? ਅੰਡਜ, ਜੇਰਜ, ਸੇਤਜ, ਉਤਪੁਜ। ਹਾਂਜੀ। ਅੰਡਜ ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਪਸੀਨੇ ਤੋਂ ਪੈਦਾ ਹੋਣ ਵਾਲੇ ਜੀਵ। ਫਿਰ ਸਾਧ ਸੰਗਤ ਜੀ, ਜਿਵੇਂ ਮਨੁੱਖ ਤੋਂ ਪੈਦਾ ਹੁੰਦਾ ਹੈ, ਇੱਕ ਇਹ ਖਾਣੀ ਹੈ। ਤੇ ਸਾਧ ਸੰਗਤ ਜੀ, ਇੱਕ ਕਿਹੜੀ ਹੈ? ਇੱਕ ਬਨਸਪਤੀ ਹੈ। ਇਹ ਚਾਰ ਖਾਣੀਆਂ ਹਨ, ਤੇ ਚਾਰੇ ਖਾਣੀਆਂ ਨੂੰ ਦੇਣ ਵਾਲੇ ਗੁਰੂ ਅਰਜਨ ਸਾਹਿਬ ਤੁਸੀਂ ਹੋ ਮਹਾਰਾਜ। ਹਾਂਜੀ। ਅੰਡਜ, ਜੇਰਜ, ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਹਾਂਜੀ। ਜਿਮ ਰਾਵਰ ਕੋ ਉਰ ਮੈਂ ਭਾਵ ਹੈ। ਇਹ ਤੇ ਮਹਾਰਾਜ ਜਿਵੇਂ ਆਪ ਜੀ ਨੂੰ ਭਾਉਂਦਾ ਹੈ, ਜਿਵੇਂ ਮਹਾਰਾਜ ਤੁਹਾਡੇ ਮਨ ਵਿੱਚ ਹੁੰਦਾ ਹੈ, ਤਿਮ ਤੁਮ ਕਰਹੁ ਨਾ ਕੋ ਉਲਟਾ ਵਹਿ। ਉਵੇਂ ਤੁਸੀਂ ਕਰਦੇ ਹੋ ਮਹਾਰਾਜ। ਅਸੀਂ ਜੀਵ ਤੇ ਬਹਾਨਾ ਹੈਗੇ ਆ, ਫਿਰ ਮਹਾਰਾਜ ਤੁਹਾਡੇ ਕੀਤੇ ਨੂੰ ਕੋਈ ਉਲਟਾ ਨਹੀਂ ਸਕਦਾ। ਸਤ ਸੰਕਲਪ ਚਾਹੋ ਤਿਮ ਹੋਏ, ਜੋ ਆਪ ਜੀ ਸੰਕਲਪ ਕਰੋ, ਸੋਚੋ, ਮਹਾਰਾਜ ਉਵੇਂ ਹੋ ਜਾਂਦਾ ਹੈ। ਆਇਸ ਮਹਿ ਸੁਰ ਨਰ ਸਭ ਕੋਏ। ਮਹਾਰਾਜ ਆਪ ਜੀ ਦੀ ਆਗਿਆ ਵਿੱਚ ਤੇ ਦੇਵਤੇ ਵੀ ਹਨ। ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਤੁਸੀਂ ਇੱਕ ਗੱਲ ਨੋਟ ਕੀਤੀ ਭਾਈ ਕਲਿਆਣਾ ਜੀ ਦੀਆਂ ਗੱਲਾਂ ਤੋਂ ਜੀ? ਪਹਿਲਾਂ ਗੱਜ ਕੇ ਆਖੋ ਵਾਹਿਗੁਰੂ। ਇੰਜ ਥੋੜੀ ਕਹਿਣਾ ਜੀ, ਵਾਹਿਗੁਰੂ। ਹਾਂ। ਭਾਈ ਕਲਿਆਣਾ ਜੀ ਭਾਵੇਂ ਰਾਜੇ ਦੇ ਕੋਲ ਸਨ ਤੇ ਭਾਵੇਂ ਗੁਰੂ ਸਾਹਿਬ ਦੇ ਕੋਲ ਨੇ, ਗੁਰੂ ਸਾਹਿਬ ਦੀਆਂ ਸਿਫਤਾਂ ਹੀ ਕਰੀ ਜਾਂਦੇ ਨੇ ਜੀ। ਹਾਂਜੀ। ਸਿਫਤਾਂ ਕਰੀ ਜਾਂਦੇ। ਚੇਤਾ ਰੱਖਿਓ, ਸਿਫਤਾਂ ਕਰਨ ਵਾਲੇ ਬੰਦੇ ਕੁਝ ਖੱਟ ਲੈਂਦੇ ਨੇ। ਸਿਫਤਾਂ ਹੀ ਕਰੀ ਜਾਂਦੇ ਮਹਾਰਾਜ ਦੀਆਂ। ਹਾਂਜੀ। ਦੋਹਰਾ ਅਬ ਡੇਰੋ ਭੂਪਤ ਕਰਿਓ, ਸਗਰੀ ਨਿਸਾ ਬਿਤਾਏ। ਹੁਣ ਮਹਾਰਾਜ ਰਾਜਾ ਬਾਹਰ ਹੈ, ਤੇ ਜੇ ਆਪ ਜੀ ਦਾ ਹੁਕਮ ਹੋਵੇ, ਰਾਜੇ ਨੂੰ ਰਾਤ ਵਾਸਤੇ ਆਸਣ ਲਵਾ ਦਿੱਤਾ। ਮਿਲਹਿ ਹੋਤ ਭੁਨ ਸਾਰ ਕੇ, ਪਗ ਪੰਕਜ ਸਿਰ ਲਾਏ। ਜੇ ਤੁਸੀਂ ਆਗਿਆ ਕਰੋ ਤੇ ਮਹਾਰਾਜ ਦਿਨੇ ਰਾਜਾ ਤੁਹਾਡੇ ਚਰਨਾਂ ਵਿੱਚ ਆ ਜੇ, ਤੁਹਾਨੂੰ ਮੱਥਾ ਟੇਕ ਲਵੇ। ਮਹਾਰਾਜ ਕਹਿੰਦੇ ਠੀਕ ਹੈ ਭਾਈ। ਹਾਂਜੀ। ਭਾਈ ਭੋਰ ਸ਼੍ਰੀ ਗੁਰ ਉੱਠੇ, ਕਰ ਇਸ਼ਨਾਨ ਤੇ ਆਦ। ਤੇ ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਮ੍ਰਿਤ ਵੇਲੇ ਜਾਗੇ, ਇਸ਼ਨਾਨ ਪਾਨ ਕੀਤਾ। ਗੁਰਤਾ ਗਾਦੀ ਪਰ ਥਿਰੇ, ਦਰਸੈ ਸਿੱਖ ਅਹਿਲਾਦ। ਤੇ ਸਿੱਖ ਸੰਗਤਾਂ ਮਹਾਰਾਜ ਦੇ ਚਰਨਾਂ ਚ ਆ ਗਈਆਂ। ਮਹਾਰਾਜ ਗੁਰਤਾ ਗੱਦੀ ਤੇ ਸੱਜ ਗਏ ਸੱਚੇ ਪਾਤਸ਼ਾਹ। ਚੌਪਈ ਗਮਨਿਓ ਨਿਰਪਟਿਗ ਤਬ ਕਲਿਆਣਾ। ਤੇ ਗਮਨਿਓ ਨਿਰਪਟਿਗ ਤਬ ਕਲਿਆਣਾ। ਭਾਈ ਕਲਿਆਣਾ ਜੀ ਰਾਜੇ ਦੇ ਕੋਲ ਗਏ ਜੀ। ਹਾਂਜੀ। ਮਿਲਨ ਹੇਤ ਬਿਰਤੰਤ ਬਖਾਨਾ। ਆਖਿਆ ਰਾਜਾ ਜੀ ਅੱਜ ਦਾ ਦਿਨ ਬੜੇ ਭਾਗਾਂ ਵਾਲਾ ਹੈ।
ਗੱਜ ਕੇ ਆਖੋ ਵਾਹਿਗੁਰੂ। ਅੱਜ ਦਾ ਦਿਨ ਤੁਹਾਡੀ ਜ਼ਿੰਦਗੀ 'ਚ ਬੜੇ ਭਾਗਾਂ ਵਾਲਾ ਹੈ। ਤੁਸੀਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ ਹੋ ਤੇ ਗੁਰੂ ਸਾਹਿਬ ਨੇ ਅੱਜ ਦੇ ਦਿਨ ਤੁਹਾਨੂੰ ਆਗਿਆ ਦੇ ਦਿੱਤੀ, ਤੁਸੀਂ ਅੱਜ ਮਿਲ ਸਕਦੇ ਹੋ। ਹਾਂਜੀ। ਤਤ ਛਿਨ ਕੀਨਸ ਸਗਰੀ ਤਿਆਰੀ। ਰਾਜੇ ਨੇ ਉਸੇ ਸਮੇਂ ਸਾਰੀ ਤਿਆਰੀ ਕੀਤੀ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ। ਲੇਕਰ ਸਾਥ ਉਪਾਇਨ ਸਾਰੀ। ਤੇ ਕਈ ਭੇਟਾਵਾਂ ਲੈ ਕੇ ਆਇਆ ਸੀ ਰਾਜਾ, ਉਹ ਸਾਰੀਆਂ ਨਾਲ ਲਈਆਂ। ਕੰਚਤ ਰਜਤ ਦੰਡ ਨਰ ਗਹੇ। ਕੰਚਤ ਰਜਤ ਦੰਡ ਨਰ ਗਹੈ। ਸੋਨੇ ਦੀਆਂ ਚੋਭਾਂ ਅੱਗੇ ਫੜ ਲਈਆਂ ਬੰਦਿਆਂ ਨੇ ਜੀ। ਹੁਣ ਵੀ ਜਦੋਂ ਹਰਿਮੰਦਰ ਸਾਹਿਬ ਮਹਾਰਾਜ ਦਾ ਸਰੂਪ ਆਉਂਦਾ ਹੈ ਜਾਂ ਮਹਾਰਾਜ ਜਾਂਦੇ ਆ ਨਾ, ਤੇ ਚੋਬਦਾਰ ਖਲੋਤੇ ਹੁੰਦੇ ਆ ਜੀ। ਚੋਬਦਾਰ ਜਦੋਂ ਰਾਜੇ ਅੱਗੇ ਤੁਰਦੇ ਆ ਨਾ ਜੀ, ਰਾਜੇ ਤੁਰਦੇ ਆ ਤੇ ਰਾਜਿਆਂ ਅੱਗੇ ਚੋਭਾਂ ਵਾਲੇ ਹੁੰਦੇ ਜੀ। ਉਹ ਚੋਭਾਂ ਲੈ ਕੇ ਤੁਰ ਪਏ ਜੀ ਅੱਗੇ ਦੋ ਬੰਦੇ। ਮਹਿ ਪਾਲਕ ਕੇ ਆਗੇ ਰਹੈ। ਉਹ ਰਾਜੇ ਦੇ ਅੱਗੇ ਅੱਗੇ ਤੁਰਨ ਜੀ। ਰਾਜਾ ਸੀਗਾ ਜੀ, ਬੜੀ ਵੱਡੀ ਗੱਲ ਹੁੰਦੀ ਹੈ। ਸਚਿਵ ਸੁਭਟ ਕੋ ਲੈ ਸਮੁਦਾਏ। ਰਾਜੇ ਦੇ ਮੰਤਰੀ ਵੀ ਤੁਰ ਪਏ ਜੀ, ਵਜ਼ੀਰ ਵੀ ਤੁਰ ਪਏ, ਫੌਜਾਂ ਵੀ ਤੁਰ ਪਈਆਂ ਰਾਜੇ ਦੀਆਂ ਜੀ। ਬਸਨ ਬੇਭੂਖਨ ਜਿਨੋ ਸੁਹਾਏ। ਰਾਜੇ ਦੇ ਕੱਪੜੇ ਵੀ ਬੜੇ ਸੋਹਣੇ ਆ, ਵਜ਼ੀਰਾਂ ਦੇ ਕੱਪੜੇ ਵੀ ਬੜੇ ਸੋਹਣੇ ਆ ਜੀ। ਉਦੋਂ ਗੋਟੇ ਲਾਏ ਹੁੰਦੇ ਸੀਗੇ ਕੱਪੜਿਆਂ ਨੂੰ ਜੀ, ਬੜੇ ਬੜੇ ਵਧੀਆ। ਆਮ ਬੰਦੇ ਵਧੀਆ ਕੱਪੜੇ ਨਹੀਂ ਸੀ ਪਾਉਂਦੇ ਹੁੰਦੇ ਜੀ, ਕਿਉਂ? ਮਿਲਦੇ ਹੀ ਨਹੀਂ ਸੀ ਹੁੰਦੇ ਵਧੀਆ ਕੱਪੜੇ ਜੀ। 2-3 ਤਰ੍ਹਾਂ ਦੇ ਲੀੜੇ ਹੁੰਦੇ ਸੀ ਪਾਉਣ ਵਾਸਤੇ ਜੀ। ਬੜੇ ਵਧੀਆ ਰਾਜੇ ਨੇ ਬਸਤਰ ਪਾਏ ਆ, ਜਰੀ ਵਾਲੇ, ਨਾਲ ਵਜ਼ੀਰਾਂ ਨੇ ਕੱਪੜੇ ਪਾਏ ਆ। ਹਾਂਜੀ। ਪਾਇਨ ਤੇ ਚਲ ਕਰ ਮਹੀ ਪਾਲਾ। ਰਾਜਾ ਆਪ ਤੁਰ ਕੇ ਜਾ ਰਿਹਾ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਗਮਨਿਓ ਸ਼ਰਧਾ ਧਰੇ ਬਿਸਾਲਾ। ਪਰ ਰਾਜੇ ਦੇ ਮਨ ਵਿੱਚ ਸ਼ਰਧਾ ਬੜੀ ਹੈ, ਪਿਆਰ ਬੜਾ, ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਾਣਾ। ਪਹੁੰਚਿਓ ਸਤਿਗੁਰ ਕੇ ਢਿਗ ਜਾਏ। ਅੱਗੇ ਅੱਗੇ ਚੋਭਾਂ ਵਾਲੇ ਆ, ਪਿੱਛੇ ਰਾਜਾ ਹੈ, ਉਹਦੇ ਪਿੱਛੇ ਵਜ਼ੀਰ ਹੈ, ਉਹਦੇ ਪਿੱਛੇ ਫੌਜਾਂ ਨੇ। ਤੇ ਰਾਜਾ ਕਰਦਾ ਕਰਦਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਇਆ। ਪਗ ਪੰਕਜ ਪਰ ਸੀਸ ਨਿਵਾਏ। ਤੇ ਰਾਜੇ ਨੇ ਆ ਕੇ ਮਹਾਰਾਜ ਦੇ ਸੋਹਣੇ ਦਰਸ਼ਨ ਕੀਤੇ। ਮਹਾਰਾਜ ਜੀ ਦੇ ਚਿਹਰੇ ਵੱਲ ਵੇਖਣ ਲੱਗਾ। ਮਹਾਰਾਜ ਦੇ ਚਿਹਰੇ ਤੇ ਨਿਗਾਹ ਨਾ ਟਿਕੀ ਦੀ ਉਹਦੀ ਜੀ, ਨੂਰ ਇੰਨਾ ਜੀ। ਤੇ ਫਿਰ ਪਤਾ ਕੀ ਕੀਤਾ ਜੀ, ਰਾਜੇ ਨੇ ਮਹਾਰਾਜ ਦੇ ਚਰਨਾਂ 'ਚ ਸਿਰ ਰੱਖ ਦਿੱਤਾ ਜੀ। ਆਪਾਂ ਨਾਲ ਹੀ ਰੱਖ ਦਿਆ ਕਰੀਏ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਹਾਥ ਜੋੜ ਬਹੁ ਬਿਨੈ ਬਖਾਨੀ। ਫਿਰ ਹੱਥ ਜੋੜੇ ਜੀ ਉਹਨੇ ਜੀ। ਰਾਜਾ ਬੈਠ ਗਿਆ, ਬੜੀ ਪੱਗ ਬੰਨੀ ਹੈ, ਸੋਹਣੇ ਕੱਪੜੇ ਪਾਏ ਹੈ। ਸੁਨ ਕਰ ਮਹਿਮਾ ਮੈਂ ਗੁਣ ਖਾਨੀ। ਸੋਹਣੇ ਕੱਪੜੇ ਪਾਏ ਹੈ। ਤੇ ਫਿਰ ਮਹਾਰਾਜ ਨੂੰ ਬੇਨਤੀ ਕੀਤੀ, ਸੁਨ ਕਰ ਮਹਿਮਾ ਮੈਂ ਗੁਣ ਖਾਨੀ। ਹੇ ਸੱਚੇ ਪਾਤਸ਼ਾਹ, ਮੈਂ ਤੁਹਾਡੀ ਬੜੀ ਸਿਫਤ ਸੁਣੀ ਹੈ। ਹਾਂਜੀ। ਰਾਵਰ ਸ਼ਰਨ ਪਰਿਓ ਅਬ ਆਈ। ਤੇ ਹੁਣ ਮਹਾਰਾਜ ਮੈਂ ਆਪ ਜੀ ਦੇ ਚਰਨਾਂ ਵਿੱਚ ਆ ਗਿਆ ਹਾਂ। ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਇਮ ਕਹਿ ਬੈਠ ਗਇਓ ਸਮੁਹਾਈ। ਤੇ ਰਾਜਾ ਵੀ ਬੈਠ ਗਿਆ ਤੇ ਵਜ਼ੀਰਾਂ ਨੇ ਮੱਥਾ ਟੇਕਿਆ, ਵਜ਼ੀਰ ਵੀ ਬੈਠ ਗਏ ਜੀ। ਰਾਜੇ ਨੂੰ ਨਹੀਂ ਪਤਾ ਜਿਸ ਗੁਰੂ ਜੀ ਦੇ ਮੈਂ ਚਰਨਾਂ ਵਿੱਚ ਆਇਆ, ਇਹ ਗੁਰੂ ਸਾਹਿਬ ਨੇ ਮੇਰੀ ਜ਼ਿੰਦਗੀ ਬਦਲ ਦੇਣੀ ਹੈ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਓਏ ਆਏ। ਇਹਦੀ ਜ਼ਿੰਦਗੀ ਦੇ ਦਿਨ ਚੰਗੇ ਸ਼ੁਰੂ ਹੋ ਗਏ ਜੀ, ਦਿਨ ਚੰਗੇ ਸ਼ੁਰੂ ਹੋ ਗਏ ਰਾਜੇ ਦੇ। ਤਿਸ ਛਿਨ ਮਹਿ ਸ਼੍ਰੀ ਅਰਜਨ ਨਾਥ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ। ਪੋਥੀ ਪਠਤ ਹੁਤੇ ਗਹਿ ਹਾਥ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੀ ਪੋਥੀ ਸਾਹਿਬ ਪੜ੍ਹ ਰਹੇ ਸਨ ਜੀ। ਜਦੋਂ ਉਹ ਆਇਆ ਨਾ ਰਾਜਾ, ਮਹਾਰਾਜ ਬਾਣੀ ਪੜ੍ਹ ਰਹੇ ਸਨ, ਪੋਥੀ ਸਾਹਿਬ ਪੜ੍ਹ ਰਹੇ ਸਨ। ਓੰਕਾਰ ਕੀ ਤੁਕ ਮੁਖ ਇਹੀ। ਹਾਂਜੀ। ਲਿਖਿਆ ਮੇਟ ਨਾ ਸਕੀਐ ਕਹੀ। ਤੇ ਸਾਧ ਸੰਗਤ ਜੀ,
ਪੰਗਤੀ ਇਹ ਪੜ ਰਹੇ ਸਨ, ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਭਾਵ ਜੋ ਮੱਥੇ ਤੇ ਲਿਖਿਆ ਉਹ ਮਿਟ ਨਹੀਂ ਸਕਦਾ। ਹਾਂਜੀ, ਜਿਉਂ ਭਾਵੀ ਤਿਉਂ ਸਾਰਸ ਦੀਵਾ, ਜੋ ਵਾਹਿਗੁਰੂ ਨੂੰ ਭਾਉਂਦਾ ਹੈ ਉਸੇ ਤਰ੍ਹਾਂ ਹੁੰਦਾ ਹੈ। ਜੋ ਭਾਵੀ, ਵਾਹਿਗੁਰੂ ਜਿਸ ਤਰ੍ਹਾਂ ਦੀ ਭਾਵੀ ਹੋਵੇ, ਬੰਦੇ ਦੀ ਕਿਸਮਤ ਹੋਵੇ, ਉਸੇ ਤਰ੍ਹਾਂ ਹੁੰਦਾ ਹੈ। ਹਾਂਜੀ, ਪ੍ਰਭ ਕੀ ਨਦਰ ਕਰੇ ਸੁਖ ਥੀਵਾ, ਤੇ ਪ੍ਰਭੂ ਦੀ ਨਦਰ ਦੇ ਨਾਲ ਸੁਖ ਮਿਲਦਾ ਹੈ। ਹਾਂਜੀ, ਸੁਨ ਮਹੀ ਪਾਲਕ ਹਿਰਦੈ ਵਿਚਾਰੀ, ਹਾਂਜੀ। ਇਹੀ ਰੀਤ ਜੇ ਸਾਚ ਉਚਾਰੀ। ਹੁਣ ਉਹ ਮਹਾਰਾਜ ਨੇ ਪੰਕਤੀ ਪੜ੍ਹ ਲਈ ਤੇ ਰਾਜੇ ਦੇ ਮਨ ਵਿੱਚ ਸ਼ੰਕਾ ਆ ਗਈ ਜੀ। ਇਹ ਮਨ ਬੜਾ ਸ਼ੰਕਾਲੂ ਹੈਗਾ ਜੀ। ਸੰਗਤ ਜੀ, ਮਨ ਚੁੱਪ ਹੋਵੇ ਵੀ ਮੇਰੀ ਹੈਗੀ ਜੀ। ਮਨ ਕੁਝ ਨਾ ਕੁਝ ਬੋਲਦਾ ਰਹਿੰਦਾ ਜੀ। ਹੈ ਐਵੇਂ ਹੀ ਕੁਝ ਨਾ ਕੁਝ ਸੋਚੀ ਜਾਏਗਾ ਮਨ ਜੀ। ਰਾਜਾ ਸੋਚਣ ਲੱਗਾ ਜੀ। ਹਾਂਜੀ, ਇਨ ਸੰਗ ਮਿਲਨ ਨਿਫਲ ਭਾ ਐਸੇ, ਲਿਖਿਆ ਮੇਟ ਨਾ ਸਕੀਏ ਕੈਸੇ। ਕਿ ਜੇ ਲਿਖਿਆ ਹੋਇਆ ਮਿਟ ਨਹੀਂ ਸਕਦਾ ਤੇ ਗੁਰੂ ਜੀ ਨੂੰ ਮਿਲਣ ਦਾ ਕੀ ਫਾਇਦਾ ਹੈਗਾ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ। ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਕਰਤਾਰ। ਚੰਗੇ ਵੀ ਤੇ ਮਾੜੇ ਵੀ ਲੇਖ ਇੱਥੇ ਲਿਖੇ ਹੁੰਦੇ ਬੰਦੇ ਤੇ ਜੀ, ਮੱਥੇ ਤੇ ਲਿਖੇ ਹੁੰਦੇ ਜੀ। ਤੇ ਭਾਈ ਚਰਨ ਸਿੰਘ ਇੰਗਲੈਂਡ ਰਹਿੰਦੇ, ਉਹ ਮੈਨੂੰ ਗੱਲ ਸੁਣਾਉਣ ਲੱਗੇ। ਕਹਿੰਦੇ ਜੀ ਇਹ ਸਾਡੇ ਇੱਥੇ ਬਜ਼ੁਰਗ ਦੀ ਡੈਥ ਹੋਈ, ਇੱਥੇ ਆਏ ਸੀ ਇੰਡੀਆ। ਬਜ਼ੁਰਗ ਸਰੀਰ ਸੀ। ਕਹਿੰਦੇ ਉਹਦਾ ਖੋਪੜ ਜਦੋਂ ਸੰਸਕਾਰ ਤੋਂ ਬਾਅਦ ਵੇਖਿਆ ਨਾ, ਬਚ ਗਿਆ ਕਿਵੇਂ, ਜੋ ਵਾਹਿਗੁਰੂ ਨੂੰ ਪਾਉਂਦਾ ਸੀ। ਕਹਿੰਦੇ ਉਹਦੇ ਇੱਥੇ ਕੁਝ ਲਿਖਿਆ ਹੋਇਆ ਸੀਗਾ ਜੀ। ਕਹਿੰਦੇ ਉਹ ਆਮ ਭਾਸ਼ਾ ਵਿੱਚ ਨਹੀਂ ਸੀਗਾ ਜੀ। ਚੰਗੇ ਮੰਦੇ ਕਰਮਾਂ ਦਾ ਲੇਖ ਬੰਦੇ ਦੇ ਮੱਥੇ ਉੱਤੇ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਮਿਟਦਾ ਨਹੀਂ ਜੀ, ਆਮ ਬੰਦੇ ਦਾ ਮਿਟਦਾ ਨਹੀਂ। ਉਹ ਲਿਖਦਾ ਕੌਣ ਹੈ? ਬੰਦੇ ਦੇ ਕਰਮਾਂ ਦੇ ਅਨੁਸਾਰ ਕਰਤਾਰ ਲਿਖ ਦਿੰਦਾ ਜੀ। ਬਾਣੀ ਕਹਿੰਦੀ ਉਹ ਮਿਟ ਨਹੀਂ ਸਕਦਾ ਜੀ। ਰਾਜੇ ਦੇ ਮਨ ਚ ਆਇਆ, ਜੇ ਮਾੜੇ ਲੇਖ ਮਿਟ ਹੀ ਨਹੀਂ ਸਕਦੇ, ਮਾੜੀ ਕਿਸਮਤ ਚੰਗੀ ਕਿਸਮਤ ਦੇ ਰੂਪ ਚ ਬਦਲ ਹੀ ਨਹੀਂ ਸਕਦੀ, ਤੇ ਫਿਰ ਇਹਨਾਂ ਦੇ ਕੋਲ ਆਉਣ ਦਾ ਕੀ ਫਾਇਦਾ ਹੈਗਾ ਜੀ। ਵੇਖ ਲਓ, ਆ ਕੇ ਬੈਠਾ ਹੀ ਹੈ ਤੇ ਉਸੇ ਵੇਲੇ ਮਨ ਚ ਸ਼ੰਕਾ ਪੈਦਾ ਹੋ ਗਿਆ ਜੀ। ਹਾਂਜੀ, ਜਿਸ ਪਰ ਨਹਿ ਉਪਾਏ ਕਿਮ ਤੋਹੇ, ਹਾਂਜੀ। ਤਿਸ ਹਿਤ ਉਦਮ ਕਰ ਹੈ ਕੋਏ। ਜਿਸ ਪਰ ਨਹਿ ਉਪਾਏ ਕਿਮ ਹੋਏ, ਜਿਹਦੇ ਉੱਤੇ ਯਤਨ ਵੀ ਕੰਮ ਨਹੀਂ ਆਏਗਾ, ਉਹਦੇ ਲਈ ਉਦਮ ਕਿਉਂ ਕਰਨਾ। ਜੇ ਮਾੜੇ ਲੇਖ ਮਿਟ ਨਹੀਂ ਸਕਦੇ ਤੇ ਫਿਰ ਉਹਨਾਂ ਨੂੰ ਮੇਟਣ ਦਾ ਉਦਮ ਵੀ ਕਿਉਂ ਕਰਨਾ। ਹਾਥ ਜੋੜ ਗੁਰ ਕੇ ਸੰਗ ਕਹਿਓ, ਰਾਜੇ ਨੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਜੀ। ਆਸ਼ੈ ਸਕਲ ਆਪ ਕੋ ਲਹਿਓ। ਮਹਾਰਾਜ, ਮੈਂ ਬਾਣੀ ਦਾ ਆਸ਼ਾ ਸਮਝ ਗਿਆ। ਹੁਣ ਵੇਖ ਲਓ, ਰਾਜੇ ਨੂੰ ਬੰਦਾ ਪੁੱਛੇ ਵੀ ਤੂੰ ਪਹਿਲੀ ਦਿਨ ਆਇਆ, ਪਹਿਲੇ ਦਿਨ ਹੀ ਗਿਆਨੀ ਬਣ ਗਿਆ ਹੈ। ਪਹਿਲੇ ਦਿਨ ਆਇਆ ਤੇ ਆਹੇ ਮੈਂ ਗੁਰਬਾਣੀ ਸਮਝ ਗਿਆ ਜੀ। ਹਾਂਜੀ, ਗੁਰਬਾਣੀ ਬੜੀ ਅਗਾਧ ਬੋਧ ਹੈ। ਇੱਕ ਪੰਕਤੀ ਸੁਣੋ। ਪਹਿਲੇ ਪੂਤ ਪਿਛੇਰੀ ਮਾਈ, ਗੁਰ ਲਾਗੋਂ ਚੇਲੇ ਕੀ ਪਾਈ। ਪਹਿਲੇ ਪੂਤ ਪਿਛੇਰੀ ਮਾਈ, ਗੁਰ ਲਾਗੋਂ ਚੇਲੇ ਕੀ ਪਾਈ। ਕੀ ਅਰਥ ਹੈ? ਪਹਿਲੇ ਪੂਤ, ਪੂਤ ਕਿਹਨੂੰ ਕਹਿੰਦੇ? ਪੁੱਤਰ ਨੂੰ। ਪਿੱਛੋਂ ਮਾਂ ਆਈ। ਹਾਂਜੀ, ਹੁਣ ਸੰਸਾਰ ਤੇ ਹੈ ਵੀ ਪਹਿਲਾਂ ਮਾਤਾ ਆਉਂਦੀ ਹੈ, ਫਿਰ ਪੁੱਤਰ ਦਾ ਜਨਮ ਹੁੰਦਾ ਹੈ। ਪਰ ਮਹਾਰਾਜ ਦੀ ਬਾਣੀ ਹੈ ਵੀ ਪਹਿਲਾਂ ਪੁੱਤਰ ਆਇਆ, ਫਿਰ ਮਾਂ ਆਈ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਚੇਲੇ ਨੂੰ ਮੱਥਾ ਟੇਕਣ ਦਿਆ, ਇਹ ਵੀ ਕੰਮ ਉਲਟਾ ਹੈ। ਚੇਲੇ ਗੁਰੂਆਂ ਨੂੰ ਮੱਥਾ ਟੇਕਦੇ ਆ।
ਹੁਣ ਬੰਦਾ ਕਹੇ ਵੀ ਮੈਨੂੰ ਅਖਰੀ ਅਰਥ ਸਮਝ ਆ ਗਿਆ, ਹਾਂਜੀ ਅਖਰੀ ਅਰਥ ਤੇ ਇਹੋ ਹੀ ਹੈ ਵੀ ਪਹਿਲਾਂ ਪੁੱਤਰ ਹੈ ਫਿਰ ਮਾਂ ਦਾ ਜਨਮ ਹੋਇਆ, ਪਹਿਲਾਂ ਪੁੱਤ ਦਾ ਹੋਇਆ ਫਿਰ ਮਾਂ ਦਾ ਹੋਇਆ। ਪਰ ਇਹ ਗੱਲ ਅੱਧੀ ਹੈ, ਇਹਦੇ ਵਿਚਲਾ ਭਾਵ ਸਮਝਣਾ ਪਏਗਾ। ਗੱਜ ਕੇ ਆਖੋ ਵਾਹਿਗੁਰੂ। ਵਿਚਲਾ ਭਾਵ ਸਮਝਣਾ ਪਏਗਾ। ਮਹਾਰਾਜ ਕਹਿਣ ਕੀ ਰਹੇ ਹੈ? ਜਿੰਨਾ ਚਿਰ ਉਹ ਨਹੀਂ ਸਮਝਦੇ ਉਹਨਾਂ ਚਿਰ ਗਲਤ ਹੀ ਕੰਮ ਚੱਲੇਗਾ ਵੀ ਪਹਿਲਾਂ ਪੁੱਤ ਪਿੱਛੋਂ ਮਾਂ। ਇਹ ਤੇ ਗੱਲ ਬਣਦੀ ਨਹੀਂ ਜੀ। ਰਾਜਾ ਕਹਿੰਦਾ ਜੀ ਮਹਾਰਾਜ ਮੈਂ ਤੁਹਾਡੀ ਗੱਲ ਸਮਝ ਗਿਆ। ਕਹਿੰਦਾ ਹਾਂਜੀ ਕਿਉਂ ਅਬ ਸਿੱਖ ਬਨੋ ਗੁਰ ਧਾਰੋ। ਜੇ ਮਹਾਰਾਜ ਮੈਂ ਤੁਹਾਡੀ ਗੱਲ ਸਮਝ ਗਿਆ, ਜਿਵੇਂ ਤੁਸੀਂ ਕਿਹਾ ਹੈ ਸਿੱਖ ਬਣਨ ਦਾ ਫਿਰ ਕੀ ਫਾਇਦਾ ਹੈਗਾ? ਹਾਂਜੀ ਲਿਖਿਓ ਭਾਗ ਭੋਗੋਂ ਨਿਰਧਾਰੋ। ਜੇ ਮੈਨੂੰ ਲਿਖੇ ਹੋਏ ਭਾਗ ਭੋਗਣੇ ਹੀ ਪੈਣੇ ਆ ਤੇ ਫਿਰ ਮਹਾਰਾਜ ਸਿੱਖ ਬਣਨ ਦਾ ਕੀ ਫਾਇਦਾ ਹੈਗਾ? ਕਾਲੀ ਕਰ ਬੈਠਾ ਨਾ। ਹਾਂਜੀ ਸਤਿਗੁਰ ਭੰਨਿਓ ਮਿਟੈ ਜੇ ਨਾਹੀ, ਤਉ ਕਰਤ ਗੁਰ ਆਛੋ ਤਾਹੀ। ਹੁਣ ਮਹਾਰਾਜ ਅੱਗੋਂ ਜੋ ਕਹਿ ਰਹੇ ਆ ਉਹ ਕੱਲ ਨੂੰ ਸੁਣਾਂਗੇ, ਕਿਉਂਕਿ ਉਹ ਫਿਰ ਗੱਲ ਲੰਬੀ ਚਲੇ ਜਾਣੀ ਹੈ। ਤਤ ਭਾਵ ਸਮਝਿਓ। ਰਾਜਾ ਥੋੜੀ ਕਾਹਲੀ ਕਰ ਬੈਠਾ ਜੀ। ਗੱਜ ਕੇ ਆਖੋ ਵਾਹਿਗੁਰੂ। ਅਜੇ ਤੂੰ ਆਇਆ ਹੀ ਹੈ, ਆ ਕੇ ਬੈਠਾ ਹੀ ਹੈ, ਹੁੰਦਿਆਂ ਗਿਆਨੀ ਵਿਦਵਤਾ ਝਾੜਨ ਲੱਗ ਪਿਆ ਜੀ। ਆਇਆ ਸ਼ਰਧਾ ਨਾਲ ਹੀ ਹੈ, ਪਰ ਉਹ ਪੰਗਤੀ ਸਮਝ ਵਿੱਚ ਚੰਗੀ ਤਰ੍ਹਾਂ ਨਹੀਂ ਆਈ ਤੇ ਤਰਕ ਕਰ ਬੈਠਾ ਜੀ। ਗੁਰਬਾਣੀ ਬੜੀ ਅਗਾਧ ਬੋਧ ਹੈ। ਆਪਾਂ ਕਹੀਏ ਅਸੀਂ ਗੁਰਬਾਣੀ ਨੂੰ ਸਮਝ ਲਵਾਂਗੇ, ਸਾਡੀ ਭੁੱਲ ਹੈਗੀ ਹੈ ਜੀ। ਹਾਂਜੀ ਪਹਿਲੇ ਪੂਤ ਪਛੇਰੀ ਮਾਈ, ਪਹਿਲਾਂ ਪੁੱਤ ਫਿਰ ਮਾਂ ਆਈ। ਇਹ ਤੇ ਗੱਲ ਨਹੀਂ ਬਣਦੀ, ਪਰ ਬਾਣੀ ਕਹਿ ਰਹੀ। ਪੂਤ ਕੀ ਹੈ, ਮਾਈ ਕੀ ਹੈ, ਇਹ ਸਮਝਣਾ ਪਏਗਾ। ਸੋ ਮਹਾਰਾਜ ਕਿਰਪਾ ਕਰਨ, ਆਪਾਂ ਕੱਲ ਨੂੰ ਇਸ ਪੰਗਤੀ ਦੀ ਵੀ ਵਿਚਾਰ ਕਰਾਂਗੇ ਜੀ, ਨਾਲੇ ਰਾਜੇ ਵਾਲੀ ਕਥਾ ਦੀ ਵਿਚਾਰ ਕਰਾਂਗੇ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ। ਹੁਣ ਗੁਰਮੰਤਰ ਦਾ ਜਾਪ ਕਰ ਲਓ 1-2 ਮਿੰਟ, ਫਿਰ ਆਪਾਂ ਖਿਮਾ ਮੰਗੀਏ। ਪਿਆਰ ਦੇ ਨਾਲ ਸਾਰੀ ਸੰਗਤ ਕਹੋ ਜੀ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ। ਮਹਾਰਾਜ ਨਾਮ ਜਪਣ ਦਾ ਬਲ ਬਖਸ਼ਣ। ਅੱਗੋਂ ਰਾਜੇ ਨੂੰ ਸ਼ੰਕਾ ਆ ਗਿਆ ਜੀ, ਉਹਦਾ ਹੱਲ ਕਿਵੇਂ ਕਰਦੇ ਮਹਾਰਾਜ? ਲੰਬੀ ਕਥਾ ਹੈ, ਪਿਆਰ ਦੇ ਨਾਲ ਸੁਣੀ ਚੱਲਿਓ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਿਓ। ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।